ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਸ਼ਾਹੇ ਸ਼ਹਿਨਸ਼ਾਹ ਗੁਰੂ ਗੋਬਿੰਦ ਸਿੰਘ चिड़ियों से मैं बाज लड़ाऊं तबै गोबिंद सिंह नाम कहाऊं इन्हीं को सिरदार बनाऊं तब है गोबिंद सिंह नाम कहाऊं तब है गोबिंद सिंह नाम कहाऊं। सन्मानयोग गुरु प्यारी साध संगत जी, ज्ञान दे सागर धन धन साहिब श्री गुरु ग्रंथ साहिब जी महाराज तिन्हां दी अपार बख्शिश हुई है। साध संगत दी प्राप्ति ਵੱਡੇ ਭਾਗਾਂ ਦੇ ਨਾਲ ਹੁੰਦੀ ਹੈ। ਸੋ ਆਓ ਗੁਰਬਾਣੀ ਦੀ ਵਿਚਾਰ ਨੂੰ ਆਰੰਭ ਕਰੀਏ। ਪ੍ਰਥਮ ਪਿਆਰ ਅਦਬ ਤੇ ਸਤਿਕਾਰ ਦੇ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਪਾਵਨ ਹੁਕਮਨਾਮਾ ਗੁਰੂ ਅਰਜਨ ਦੇਵ ਜੀ ਮਹਾਰਾਜ ਉਹਨਾਂ ਦੀ ਰਸਨਾ ਤੋਂ ਗਾਇਨ ਕੀਤਾ ਹੋਇਆ ਹੈ, ਜੋ ਕਿ ਜੈਤ ਸਰੀ ਦੀ ਵਾਰ ਦਾ ਇੱਕ ਸ਼ਲੋਕ ਹੈ ਤੇ ਨਾਲ ਇੱਕ ਪੌੜੀ ਆ। 706 ਅੰਗ ਤੇ ਇਹ ਪਾਵਨ ਸ਼ਬਦ ਜੈਤ ਸਰੀ ਰਾਗ ਦੇ ਵਿੱਚ ਦਰਜ ਹੈ। ਗੁਰੂ ਮਹਾਰਾਜ ਨੇ ਬਹੁਤ ਹੀ ਖੂਬਸੂਰਤ ਤਰੀਕੇ ਦੇ ਨਾਲ ਇਨਸਾਨ ਦੀ ਰਚਨਾ ਕਿਵੇਂ ਹੁੰਦੀ ਆ, ਉਦੋਂ ਜਦੋਂ ਗਰਭ ਦੇ ਵਿੱਚ ਹੁੰਦਾ ਉਦੋਂ ਹਾਲਾਤ ਕਿੱਦਾਂ ਦੇ ਹੁੰਦੇ ਨੇ, ਤਾਂ ਜਦੋਂ ਵਿੱਚੋਂ ਗਰਭੈ ਨਿਕਲ ਆਇਆ ਖਸਮ ਵਿਸਾਰ ਦੁਨੀ ਚਿਤ ਲਾਇਆ, ਮਾਂ ਦੇ ਉਦਰ ਵਿੱਚੋਂ ਬਾਹਰ ਆ ਕੇ ਕਿੱਦਾਂ ਦੀ ਜ਼ਿੰਦਗੀ ਹੋ ਜਾਂਦੀ ਆ, ਇਹਨਾਂ ਦੀ ਤੁਲਨਾ ਕੀਤੀ ਆ ਮਹਾਰਾਜ ਨੇ। ਬੜਾ ਸੋਹਣਾ ਹੁਕਮ ਹੈ ਗੁਰੂ ਅਰਜਨ ਦੇਵ ਜੀ ਦਾ। ਜਦੋਂ ਬੰਦਾ ਔਖ ਦੇ ਵਿੱਚ ਹੁੰਦਾ ਨਾ, ਇੱਕ ਸਹਿਜ ਸੁਭਾਏ ਹੀ ਗੱਲ ਆ। ਜਦੋਂ ਬੰਦਾ ਸਮੱਸਿਆਵਾਂ ਦੇ ਵਿੱਚ ਹੁੰਦਾ ਹੈ, ਪੀੜਾ ਵਿੱਚ ਹੁੰਦਾ, ਉਦੋਂ ਕੁਦਰਤੀ ਤੌਰ ਤੇ ਉਹ ਆਪਣੇ ਤੋਂ ਵੱਡਿਆਂ ਨੂੰ ਯਾਦ ਕਰਦਾ ਕਿ ਜਿਹੜੇ ਉਹਨੂੰ ਆ ਕੇ ਬਚਾ ਲੈਣਗੇ, ਜਿਹੜੇ ਆ ਕੇ ਉਹਦੀ ਬਾਂਹ ਫੜ ਲੈਣਗੇ, ਜਿਹੜੇ ਆ ਕੇ ਉਹਨੂੰ ਹੌਸਲਾ ਹੁੰਦਾ ਕਿ ਇਹਦੇ ਵਿੱਚ ਇੰਨੀ ਸਮਰੱਥਾ ਹੈ ਮੈਨੂੰ ਬਚਾਉਣ ਦੀ, ਤਾਂ ਫਿਰ ਬੰਦਾ ਉਹਨੂੰ ਯਾਦ ਕਰਦਾ। ਬਹੁਤ ਦੁੱਖ ਹੋਵੇ ਅਸੀਂ ਉਦੋਂ ਜ਼ਰੂਰ ਵਾਹਿਗੁਰੂ ਕਹਿੰਦੇ ਹਾਂ। ਸੁੱਖ ਹੋਵੇ ਇਹਦਾ ਨਹੀਂ ਆਪਾਂ ਕਹਿ ਸਕਦੇ ਕਿ ਸੁੱਖ ਦੇ ਵਿੱਚ ਵੀ ਅਸੀਂ ਵਾਹਿਗੁਰੂ ਕਹਾਂਗੇ, ਪਰ ਦੁੱਖ ਦੇ ਵਿੱਚ ਤਾਂ ਕਹਾਂਗੇ ਹੀ ਕਹਾਂਗੇ। ਇਹ ਮਹਾਰਾਜ ਨੇ ਦੱਸਿਆ ਹੈ। ਆਓ ਆਪਾਂ ਇਹਦੀ ਵਿਚਾਰ ਕਰਦੇ ਹਾਂ। ਸ਼ਲੋਕ ਰਚੰਤ ਜੀ ਰਚਨਾ ਮਾਤ ਗਰਭ ਅਸਥਾਪਨੰ। ਗੁਰੂ ਮਹਾਰਾਜ ਕਹਿੰਦੇ, ਹੇ ਵਾਹਿਗੁਰੂ, ਹੇ ਅਕਾਲ ਪੁਰਖ ਪਰਿਪੂਰਨ ਪਰਮਾਤਮਾ, ਤੇਰੀ ਰਚਨਾ ਕਿਤਨੀ ਅਦਭੁਤ ਆ, ਹੈਰਾਨ ਕਰਨ ਵਾਲੀ ਆ। ਤੂੰ ਜੀਆਂ ਨੂੰ ਬਣਾਉਂਦਾ ਹੈ, ਹੌਲੀ 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 ਹੌਲੀ
9 ਮਹੀਨਿਆਂ ਦੇ ਵਿੱਚ ਮਨੁੱਖ ਦਾ ਵਿਕਾਸ ਹੁੰਦਾ। ਪਹਿਲਾਂ ਇੱਕ ਬਿੰਦੂ ਹੁੰਦਾ ਹੈ, ਬਿਲਕੁਲ ਉਹਦੇ ਤੋਂ ਅੱਗੇ 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 ਅੰਗ ਬਣਦੇ ਨੇ। ਫਿਰ ਗਰਭ ਦੇ ਵਿੱਚ ਤੂੰ ਉਹਨੂੰ ਟਿਕਾ ਦਿੰਦਾ ਹੈ। ਰਚੰਤ ਜੀ ਰਚਨਾ, ਜੀਆਂ ਦੀ ਰਚਨਾ ਰਚਨ ਵਾਲੇ ਕੈਸੀ ਤੂੰ ਬਣਾਈ ਹੈ। ਮਾਤ ਗਰਭ ਅਸਥਾਪਨੰ, ਮਾਂ ਦੀ ਕੁੱਖ ਦੇ ਵਿੱਚ, ਗਰਭ ਦੇ ਵਿੱਚ ਬੱਚੇ ਵੱਡੇ ਹੁੰਦੇ ਨੇ, ਵੱਧਦੇ ਨੇ। 9 ਮਹੀਨਿਆਂ ਦੇ ਵਿੱਚ ਉਹਨਾਂ ਦਾ ਨਿਰਮਾਣ ਹੁੰਦਾ ਹੈ। ਤਾਂ ਸਾਸ ਸਾਸ ਸਿਮਰੰਤ, ਨਾਨਕ ਮਹਾ ਅਗਨ ਨਾ ਬਿਨਾਸਨ। ਸਭ ਤੋਂ ਪਹਿਲਾਂ ਤਾਂ ਮੈਂ ਗੁਰੂ ਮਹਾਰਾਜ ਜੀ ਸਾਨੂੰ ਜਿਵੇਂ ਕਹਿੰਦੇ ਨੇ, ਕਹਿੰਦੇ ਬਹੁਤੇ ਬੰਦਿਆਂ ਨੂੰ ਇਹ ਪਤਾ ਹੁੰਦਾ ਕਿ ਸੱਚ ਕੌੜਾ ਹੁੰਦਾ ਹੈ, ਪਰ ਸੱਚ ਕੀ ਹੁੰਦਾ ਇਹ ਨਹੀਂ ਪਤਾ ਹੁੰਦਾ। ਬਹੁਤਿਆਂ ਲੋਕਾਂ ਨੂੰ ਇਹ ਪਤਾ ਹੈ ਕਿ ਔਰਤ ਕੀ ਹੁੰਦੀ ਹੈ, ਪਰ ਇੱਕ ਔਰਤ ਹੋਣਾ ਕੀ ਹੁੰਦਾ ਇਹ ਨਹੀਂ ਪਤਾ ਹੈਗਾ। ਬਹੁਤਿਆਂ ਨੂੰ ਪਤਾ ਹੈ ਸੱਚ ਕੀ ਆ, ਸੱਚ ਕੌੜਾ ਹੈ, ਪਰ ਸੱਚ ਹੋਣਾ ਕੀ ਹੁੰਦਾ ਇਹ ਨਹੀਂ ਪਤਾ। ਬਹੁਤੇ ਜਾਣਦੇ ਨੇ ਔਰਤ ਕੀ ਹੁੰਦੀ ਆ, ਪਰ ਔਰਤ ਹੋਣਾ ਕੀ ਹੁੰਦਾ ਇਹ ਵੀ ਨਹੀਂ ਪਤਾ। ਬਹੁਤ ਘੱਟ ਲੋਕ ਜਾਣਦੇ ਨੇ, ਔਰਤ ਬਾਰੇ ਜਾਣਦੇ ਨੇ, ਪਰ ਔਰਤ ਹੋਣਾ ਕੀ ਹੁੰਦਾ, ਗਰਭ ਦੇ ਵਿੱਚ ਬੱਚੇ ਨੂੰ ਇੱਦਾਂ ਪਾਲਣਾ, ਉਹਦਾ ਖਿਆਲ ਰੱਖਣਾ, ਇਹ ਗੱਲਾਂ ਨੂੰ ਕੋਈ ਕੋਈ ਸਮਝਦਾ ਹੈ। ਰਚੰਤ ਜੀ ਰਚਨਾ, ਮਾਤ ਗਰਭ ਅਸਥਾਪਨੰ, ਸਾਸ ਸਾਸ ਸਿਮਰੰਤ, ਨਾਨਕ ਮਹਾ ਅਗਨ ਨਾ ਬਿਨਾਸਨੰ। ਗੁਰੂ ਅਰਜਨ ਦੇਵ ਜੀ ਕਹਿੰਦੇ ਬੱਚਾ ਉਹ ਜੋ ਗਰਭ ਵਿੱਚ ਹੁੰਦਾ ਹੈ, ਉਹ ਸਾਸ ਸਾਸ ਹਰ ਇੱਕ ਸਵਾਸ ਦੇ ਨਾਲ ਸਿਮਰੰਤ ਯਾਦ ਰੱਖਦਾ ਹੈ। ਕਿਹਨੂੰ? ਵਾਹਿਗੁਰੂ ਨੂੰ। ਕਿਉਂਕਿ ਉਹ ਉੱਥੇ ਬੜੀ ਮਹਾ ਅਗਨ ਹੁੰਦੀ ਆ। ਮਹਾਰਾਜ ਨੇ ਆਖਿਆ ਹੈ ਮਹਾ ਅਗਨ ਨਾ ਬਿਨਾਸਨੰ। ਫਿਰ ਉਹ ਇੰਨੀ ਅਗਨੀ ਹੁੰਦੀ ਆ, ਇੰਨੀ ਅੱਗ ਹੁੰਦੀ ਆ ਪੇਟ ਦੇ ਅੰਦਰ, ਉਹ ਉਹਨੂੰ ਕੁਝ ਨਹੀਂ ਕਹਿੰਦੀ। ਮਹਾ ਅਗਨ ਨਾ ਬਿਨਾਸਨੰ, ਉਹਨੂੰ ਖਤਮ ਨਹੀਂ ਕਰ ਸਕਦੀ, ਉਹ ਅੱਗ ਦੇ ਵਿੱਚ ਵੀ ਜਿਉਂਦਾ ਰਹਿੰਦਾ ਹੈ। ਅੱਗੇ ਕਹਿੰਦੇ ਨੇ ਮੁਖ ਤਲੈ ਪੈਰ ਉੱਪਰੇ, ਬੱਚੇ ਦਾ ਮੂੰਹ ਜਿਹੜਾ ਹੁੰਦਾ ਉਹ ਨੀਵਾਂ ਹੁੰਦਾ ਹੈ। ਗੁਰੂ ਮਹਾਰਾਜ ਕਹਿੰਦੇ ਨੇ ਤੇ ਪੈਰ ਉੱਪਰੇ, ਪੈਰ ਜਿਹੜੇ ਨੇ ਪੁੱਠਾ ਲਟਕਦਾ ਹੈ, ਉਹ ਤਾਂ ਨੂੰ ਹੁੰਦੇ ਨੇ, ਉਹਦਾ ਸਿਰ ਨੀਚੇ ਵਾਲੇ ਪਾਸੇ ਹੁੰਦਾ ਹੈ। ਵਸੰਦੋ ਕੁਹੱਥੜੈ ਥਾਏ, ਕੁਹੱਥੜੈ ਥਾਏ ਦਾ ਮਤਲਬ ਬਹੁਤ ਜ਼ਿਆਦਾ ਭੀੜੀ ਜਗ੍ਹਾ, ਬਹੁਤ ਜ਼ਿਆਦਾ ਤੰਗ ਜਗ੍ਹਾ, ਉਹਦੇ ਵਿੱਚ ਉਹਦਾ ਵਸੇਬਾ ਹੁੰਦਾ ਹੈ ਕਿਸੇ ਵੀ ਬੱਚੇ ਦਾ ਮਾਂ ਦੇ ਗਰਭ ਦੇ ਵਿੱਚ। ਤੇ ਇੱਦਾਂ ਦੀ ਉਹਦੀ ਹਾਲਾਤ ਹੁੰਦੀ ਆ। ਉਦੋਂ ਤਾਂ ਕੋਈ ਇੱਦਾਂ ਦੀ ਜਿਵੇਂ ਅਲਟਰਾਸਾਊਂਡ ਆ ਅੱਜ ਚੱਲਦੀਆਂ ਨੇ, ਇੱਦਾਂ ਦਾ ਕੁਝ ਵੀ ਨਹੀਂ ਸੀ। ਤੇ ਮਹਾਰਾਜ ਨੇ ਦੱਸਿਆ ਹੈ ਮੁਖ ਤਲੈ ਪੈਰ ਉੱਪਰੇ, ਵਸੰਦੋ ਕੁਹੱਥੜੈ ਥਾਏ, ਤੂੰ ਪੁੱਠਾ ਲਟਕਦਾ ਹੈ, ਤੇਰਾ ਸਿਰ ਨੀਚੇ ਵਾਲੇ ਪਾਸੇ ਤੇ ਜਿਹੜੇ ਤੇਰੇ ਪੈਰ ਨੇ ਉਹ ਉੱਪਰ ਨੂੰ ਹੁੰਦੇ ਨੇ। ਪੈਰ ਉੱਪਰੇ ਵਸੰਦੋ ਕੁਹੱਥੜੈ ਥਾਏ। ਤਾਂ ਕਹਿਣ ਦਾ ਭਾਵ ਇਹ ਵੀ ਆ ਕਿ ਇਹ ਜਿਹੜੀ ਵਾਹਿਗੁਰੂ ਨੇ ਹਰ ਜਗ੍ਹਾ ਜਾ ਕੇ, ਘਰ ਘਰ ਜਾ ਕੇ ਉਹਨੂੰ ਬੱਚਿਆਂ ਦੀ ਦੇਖਭਾਲ ਕਰਨੀ ਕਹਿੰਦੇ ਔਖੀ ਸੀ, ਤੇ ਤਾਂ ਹੀ ਉਹਨੇ ਮਾਂ ਬਣਾਈ ਆ। ਮਾਂ ਨੂੰ ਆਪਾਂ ਰੱਬ ਦਾ ਦਰਜਾ ਦਿੰਦੇ ਹਾਂ ਕਿ ਉਹ 9 ਮਹੀਨਿਆਂ ਦੇ ਵਿੱਚ ਬੜੀ ਪੀੜਾ ਸਹਿ ਕੇ ਤੇ ਬਹੁਤ ਜ਼ਿਆਦਾ ਦਰਦ ਸਹਿ ਕੇ ਇਹ ਸਭ ਕਰਦੀ ਆ। ਤੇ ਜਿਵੇਂ ਮਹਾਰਾਜ ਨੇ ਆਖਿਆ ਕਿ ਮੈਂ ਹਰ ਘਰ ਨਹੀਂ ਆ ਸਕਦਾ ਤੇ ਮੈਂ ਇੱਕ ਮਾਂ ਹੀ ਬਣਾ ਦੂੰਗਾ, ਉਹੀ ਕੁਰਬਾਨ ਕੀਤਾ ਤਿਸੈ ਵਿਟੋ ਜਿਨ ਮੋਹ ਮੀਠਾ ਲਾਇਆ। ਤੇ ਉਹਨੇ ਹੀ ਇਹ ਮੋਹ ਬਣਾਇਆ ਮਾਂ ਦੇ ਵਿੱਚ ਕਿ ਉਹ ਬੱਚਿਆਂ ਨੂੰ ਪਾਲ ਸਕੇ। ਜੇ ਮੋਹ ਨਾ ਹੁੰਦਾ ਤੇ ਮਾਂ ਨੇ ਤਾਂ ਦੁੱਧ ਹੀ ਨਹੀਂ ਸੀ ਪਿਲਾਉਣਾ ਬੱਚਿਆਂ ਨੂੰ, ਉਹ ਭੁੱਖੇ ਮਰ ਜਾਣੇ ਸੀ। ਇਹ ਉਹਦੀ ਰਜ਼ਾ ਦੇ ਵਿੱਚ ਹੀ ਹੈ। ਤਾਂ ਬਹੁਤੇ ਲੋਕ ਜਾਣਦੇ ਨੇ ਸੱਚ ਕੌੜਾ ਹੁੰਦਾ ਹੈ, ਪਰ ਸੱਚ ਕੀ ਹੁੰਦਾ
ਇਹਨੂੰ ਕੋਈ ਜਾਣਦਾ ਹੈ। ਬਹੁਤ ਲੋਕ ਜਾਣ ਲੈਂਦੇ ਨੇ ਕਿ ਔਰਤ ਕੀ ਹੁੰਦੀ ਆ, ਪਰ ਔਰਤ ਹੋਣਾ ਕੀ ਹੁੰਦਾ ਇਹਨੂੰ ਕੋਈ ਜਾਣਦਾ ਹੈ। ਮਾਤ ਗਰਭ ਅਸਥਾਪਨੰ, ਤਾਂ ਇਦਾਂ ਦੀ ਬੱਚੇ ਦੀ ਹਾਲਤ ਆ, ਉਹ ਵਾਹਿਗੁਰੂ ਮਾਂ ਦੇ ਪੇਟ ਅੰਦਰ ਕਰਦਾ ਹੈ ਤੇ ਉਹ ਅਗਨੀ ਤੋਂ ਉਹਨੂੰ ਵਾਹਿਗੁਰੂ ਬਚਾ ਕੇ ਰੱਖਦਾ ਹੈ। ਅੱਗੇ ਆ, ਨਾਨਕ ਸੋ ਧਣੀ ਕਿਉਂ ਵਿਸਾਰਿਓ। ਧਣੀ ਦੇ ਅਰਥ ਨੇ ਕਿ ਉਹ ਕਾਦਰ ਕਰੀਮ ਕਰਤਾ ਪੁਰਖ, ਜਿਹਨੇ ਤੈਨੂੰ ਸੰਭਾਲਿਆ ਸੀ ਉਹਨੂੰ ਤੂੰ ਕਿਉਂ ਵਿਸਾਰਦਾ ਹੈ। ਉਧਰੇ ਜਿਸ ਦੇ ਨਾਏ, ਜਿਹਨੇ ਤੈਨੂੰ ਉਹ ਜਗ੍ਹਾ ਤੇ ਬਚਾ ਕੇ ਰੱਖਿਆ ਜਿੱਥੇ ਤੱਕ ਕਿਸੇ ਦੀ ਪਹੁੰਚ ਹੀ ਨਹੀਂ ਸੀ, ਬਿਲਕੁਲ ਵੀ, ਬਸ ਉਹ ਅਕਾਲ ਪੁਰਖ ਨੇ ਹੀ ਤੈਨੂੰ ਸਾਂਭਿਆ ਹੈ। ਪੌੜੀ, ਰਕਤ ਬਿੰਦ ਕਰ ਨਿੰਮਿਆ ਅਗਨ ਉਦਰ ਮਝਾਰ। ਰਕਤ ਕਹਿੰਦੇ ਨੇ ਖੂਨ ਨੂੰ, ਮਾਂ ਕੀ ਰਕਤ ਪਿਤਾ ਬਿੰਦ ਧਾਰਾ। ਮਾਂ ਜਿਹੜੀ ਆ, ਮਾਂ ਦੇ ਖੂਨ ਦੇ ਦੁਆਰਾ, ਪਿਤਾ ਦੇ ਮੈਲੇ ਪਾਣੀ ਦੁਆਰਾ ਕਰ ਨਿੰਮਿਆ, ਤੂੰ ਨਿੰਮਿਆ ਹੈ, ਤੂੰ ਭਾਵ ਤੂੰ ਤੇਰਾ ਜਨਮ ਹੋਇਆ ਹੈ। ਅਗਨ ਉਦਰ ਮਝਾਰ, ਅਗਨੀ ਦੇ ਵਿੱਚ ਜਿਹੜੀ ਪੇਟ ਵਿੱਚ ਹੁੰਦੀ ਆ ਉਹਦੇ ਵਿੱਚ ਤੈਨੂੰ ਮਝਾਰ ਭਾਵ ਬਚਾ ਕੇ ਰੱਖਿਆ ਵਾਹਿਗੁਰੂ ਨੇ। ਔਰਦ ਮੁਖ ਕੁਚੀਲ ਬਿਕਲ ਨਰਕ ਕੋਰ ਗੁਬਾਰ। ਉਹ ਜਗ੍ਹਾ ਜਿਹੜੀ ਹੁੰਦੀ ਆ ਮਾਂ ਦੇ ਪੇਟ ਅੰਦਰ, ਬਹੁਤ ਹੀ ਬਸੰਦੋ ਕੁਹੱਥੜੇ ਥਾਏ ਆ, ਉਹਦੇ ਵਿੱਚੋਂ ਮੁਖ ਚੋਂ ਤੇਰੇ ਵਾਹਿਗੁਰੂ ਹੈ, ਮੂੰਹ ਸੇ ਨਿਕਲਤਾ। ਆਪੇ ਹੀ ਬੱਚਾ ਉਹਨੂੰ ਯਾਦ ਕਰਦਾ ਮਾਲਕ ਨੂੰ, ਤੇ ਉਹ ਘੋਰ ਹੁੰਦਾ, ਗੁਬਾਰ ਹੁੰਦਾ ਹੈ, ਬਹੁਤ ਹਨੇਰਾ ਹੀ ਹਨੇਰਾ ਹੁੰਦਾ ਹੈ ਉੱਥੇ। ਹਰ ਸਿਮਰਤ ਤੂੰ ਨਾ ਜਲਹੇ ਮਨ ਤਨ ਉਰ ਧਾਰ। ਵਾਹਿਗੁਰੂ ਨੂੰ ਤੂੰ ਯਾਦ ਕਰ ਜਿਹਦੇ ਕਰਕੇ ਤੇਰਾ ਜਨਮ ਹੋਇਆ ਹੈ। ਮਾਂ ਵਿੱਚੋਂ ਗਰਭ ਹੈ ਨਿਕਲ ਆਇਆ, ਖਸਮ ਵਿਸਾਰ ਦੁਨੀ ਚਿਤ ਲਾਇਆ। ਤੂੰ ਤਾਂ ਇੱਕ ਸਕਿੰਟ 'ਚ ਹੀ ਭੁੱਲ ਜਾਂਦਾ ਉਹਨੂੰ, ਭਾਵ ਇੱਧਰੋਂ ਤੇਰਾ ਜਨਮ ਹੁੰਦਾ, ਇੱਧਰੋਂ ਤੇਰੀ ਲਿਵ ਟੁੱਟ ਜਾਂਦੀ ਆ। ਗੁਰੂ ਅਰਜਨ ਦੇਵ ਜੀ, ਵਿੱਚੋਂ ਗਰਭੈ ਨਿਕਲ ਆਇਆ, ਖਸਮ ਵਿਸਾਰ, ਪਰਮਾਤਮਾ ਨੂੰ ਵਿਸਾਰ ਕੇ ਦੁਨੀ ਚਿਤ ਲਾਇਆ। ਦੁਨੀ ਕਹਿੰਦੇ ਆ ਦੁਨੀਆ ਨੂੰ, ਤੂੰ ਤਾਂ ਦੁਨੀਆ ਨਾਲ ਹੀ ਜੁੜ ਗਿਆ। ਹੁਣ ਉਹ ਕਿੱਥੇ ਆ, ਉਹਦੀਆਂ ਯਾਦਾਂ, ਜਿਹਨੇ ਤੈਨੂੰ ਬਹੁਤ ਭੀੜੇ ਥਾਂ ਵਿੱਚ ਸਾਂਭਿਆ ਸੀ, ਜਿਹਨੇ ਹਨੇਰੇ ਵਿੱਚ ਸਾਂਭਿਆ ਸੀ, ਜਿਹਨੇ ਤੈਨੂੰ ਅਗਨੀ ਤੋਂ ਬਚਾਇਆ ਸੀ, ਹੁਣ ਉਹਦੀ ਯਾਦ ਕਿੱਧਰ ਗਈ ਆ। ਹੁਣ ਤੂੰ ਇੱਕ ਸਕਿੰਟ 'ਚ ਹੀ, ਇਸ ਕਰਕੇ ਤੂੰ ਅਕ੍ਰਿਤ ਘਾਣਾ ਬੰਦਿਆ, ਇਸ ਕਰਕੇ ਤੈਨੂੰ ਕਹਿਣਾ ਪਵੇਗਾ ਤੂੰ ਅਕ੍ਰਿਤ ਘਾਣਾ, ਕਿਸੇ ਦੇ ਗੁਣਾਂ ਨੂੰ ਤੂੰ ਯਾਦ ਨਹੀਂ ਰੱਖਦਾ। ਹਰ ਸਿਮਰਤ ਤੂੰ ਨਾ ਜਲਹੇ ਮਨ ਤਨ ਉਰ ਧਾਰ। ਬਿਖਮ ਥਾਨੋਂ ਜਿਨ ਰੱਖਿਆ ਤਿਸ ਤਿਲ ਨਾ ਵਿਸਾਰ। ਗੁਰੂ ਸਾਹਿਬ ਜੀ ਇੱਕ ਸਿੱਖਿਆ ਦਿੰਦੇ ਨੇ, ਤੁਸੀਂ ਦੇਖਿਓ ਤਿਲ ਕਿੱਡਾ ਕੁ ਹੁੰਦਾ, ਕਿਤੇ ਤਿਲ ਬਿਲਕੁਲ ਤਲੀ ਤੇ ਰੱਖੋ, ਕਈ ਵਾਰੀ ਦੂਰੋਂ ਤਾਂ ਦਿਖਦਾ ਵੀ ਨਹੀਂ ਵੀ ਰੱਖਿਆ ਕਿ ਨਹੀਂ, ਇਹ ਇੰਨਾ ਛੋਟਾ ਹੁੰਦਾ। ਮਹਾਰਾਜ ਕਹਿੰਦੇ ਤੂੰ ਇਤਨਾ ਕਿ ਵੀ ਉਹਨੂੰ ਭੁਲਾ ਨਾ ਆਪਦੀ ਜ਼ਿੰਦਗੀ ਵਿੱਚੋਂ, ਤਿਲ ਮਾਤਰ ਵੀ ਨਾ ਭੁਲਾ। ਤਿਲ ਨਾ ਵਿਸਾਰ, ਕਿਉਂ ਨਾ ਵਿਸਾਰ, ਇੰਨਾ ਵੀ ਨਾ ਉਹਨੂੰ ਭੁਲਾ ਦੇਵੀਂ, ਸਦਾ ਯਾਦ ਰੱਖੀ, ਕਿਉਂਕਿ ਉਹਨੇ ਤੈਨੂੰ ਉੱਥੇ ਰੱਖਿਆ ਸੀ ਜਿੱਥੇ ਕਿਸੇ ਦੀ ਪਹੁੰਚ ਨਹੀਂ ਸੀ। ਆ ਜਿਹੜੇ 9 ਮਹੀਨਿਆਂ ਵਿੱਚ ਸਾਡੇ ਅੰਗ ਬਣਦੇ ਨੇ, ਹੌਲੀ ਹੌਲੀ ਤੇ ਉਹਦੇ ਵਿੱਚ ਜੀਵ ਆਤਮਾ ਆਉਂਦੀ ਆ, ਹੌਲੀ ਹੌਲੀ ਆਪਾਂ ਵਿਕਾਸ ਕਰਦੇ ਹਾਂ, ਤੇ ਇਹ ਸਭ ਵਾਹਿਗੁਰੂ ਨੇ ਤਾਂ ਹੀ ਕੀਤਾ ਹੈ ਨਾ, ਅਸੀਂ ਤਾਂ ਨਹੀਂ ਅੰਗ ਬਣਾਏ ਤੇ ਫੜ ਕੇ ਹੱਥਾਂ ਦੇ ਨਾਲ। ਤਾਂ ਉਹਨੂੰ ਮਾਲਕ ਜੀ ਕਹਿ ਰਹੇ ਨੇ, ਤੁਸੀਂ ਤਿਲ ਨਾ ਵਿਸਾਰੋ, ਪ੍ਰਭ ਬਿਸਰਤ ਸੁਖ ਕਦੇ ਨਾਹੇ। ਉਹਨੂੰ ਭੁਲਾ ਕੇ ਕਦੇ ਸੁੱਖ ਨਹੀਂ ਪਾਇਆ ਕਿਸੇ ਨੇ। ਜਾਸੇ ਜਨਮ ਹਾਰ, ਸਗੋਂ ਜਨਮ ਹੀ ਹਾਰ ਕੇ ਕੋਈ ਗਿਆ ਹੈ। ਮੁਖ ਤਲੈ ਪੈਰ ਉੱਪਰੇ, ਕੋਈ ਅਲਟਰਾਸਾਊਂਡ ਨਹੀਂ ਉਹਨਾਂ ਸਮਿਆਂ ਦੇ ਵਿੱਚ। ਮਹਾਰਾਜ ਦੇਖੋ, ਮੁਖ ਤਲੈ, ਮੁਖ ਤੇਰਾ ਜਿਹੜਾ ਹੈ ਨੀਚੇ ਵੱਲ, ਪੈਰ ਉੱਪਰੇ, ਪੈਰ ਤੇਰੇ ਉਤਾਂ ਵੱਲ, ਮਾਂ ਦੇ ਗਰਭ ਵਿੱਚ। ਵਸੰਦੋ ਕੋ ਹੱਥੜੇ ਥਾਏ, ਬਹੁਤ ਭੀੜੀ ਜਗ੍ਹਾ ਵਿੱਚ ਤੂੰ ਵਸਿਆ ਰਿਹਾ 9 ਮਹੀਨੇ।
ਜਿਹਨੇ ਤੈਨੂੰ ਰੱਖਿਆ ਹੁਣ ਉਹਨੂੰ ਨਾ ਭੁਲਾ ਦਵੀਂ। ਜਿਹੜਾ ਵੀ ਰੱਬ ਦੇ ਭੇਤਾਂ ਤੋਂ ਵਾਕਫ ਹੋ ਗਿਆ, ਛਿਨ ਛਿਨ ਛਿਨ, ਰੱਬ ਤੋਂ ਸਿਵਾਏ ਉਹਦਾ ਹੋਰ ਕੋਈ ਮਕਸਦ ਨਹੀਂ ਰਹਿੰਦਾ, ਹੋਰ ਕੋਈ ਮੰਤਵ ਨਹੀਂ ਰਹਿੰਦਾ। ਨੰਦ ਲਾਲ ਸੱਚ ਕੀ ਆ? ਕਲਗੀਆਂ ਵਾਲੇ ਸੱਚੇ ਪਾਤਸ਼ਾਹ ਨੰਦ ਲਾਲ ਕਵੀਆਂ ਨੂੰ ਦੱਸੋ, ਮੈਨੂੰ ਦੱਸੋ ਸੱਚ ਕੀ ਆ? ਗੁਰੂ ਮਹਾਰਾਜ ਜੀ ਉਸ ਪਾਕ ਪਰਵਤਗਾਰ ਦੀ ਯਾਦ ਜਿਹੜੀ ਆ ਇਹੀ ਸੱਚ ਆ, ਉਹਨੂੰ ਚੇਤੇ ਕਰਨਾ ਹੀ ਸੱਚ ਆ। ਪਰ ਇਹ ਮਿੱਟੀ ਦੀ ਜਿਹੜੀ ਮੁੱਠ ਹੈ, ਆ ਮਿੱਟੀ ਦੀ ਜਿਹੜੀ ਸਰੀਰ ਦੀ ਬਣਤਰ ਆ, ਉਹਦੀ ਕੀ ਕਦਰ ਜਾਣ ਸਕਦੀ ਆ। ਪਰ ਬੰਦਿਆ, ਜੇਕਰ ਤੈਨੂੰ ਭਲੇ ਪੁਰਖਾਂ ਦੀ ਸੰਗਤ ਨਸੀਬ ਹੋ ਜੇ ਤਾਂ ਹੇ ਮੇਰੇ ਮਿੱਤਰ, ਤੈਨੂੰ ਅਮਰ ਦੌਲਤ ਪ੍ਰਾਪਤ ਹੋ ਜਾਵੇਗੀ, ਤੈਨੂੰ ਅਮਰ ਦੌਲਤ ਪ੍ਰਾਪਤ ਹੋ ਜਾਵੇਗੀ। ਜੇ ਤੈਨੂੰ ਦਰਗਾਹ ਦੇ ਬਖਸ਼ਿਆਂ ਦੀ ਸੰਗਤ ਨਸੀਬ ਹੋ ਜੇ, ਤੂੰ ਉਹਨਾਂ ਦਾ ਸੁਭਾਅ ਗ੍ਰਹਿਣ ਕਰ, ਉਹਨਾਂ ਦੀ ਗਲੀ ਦੀ ਸਦਾ ਹੀ ਪਰਿਕਰਮਾ ਕਰਿਆ ਕਰ ਜਿਹੜੇ ਉਹਦੇ ਪਿਆਰੇ ਹਨ। ਤਾਂ ਇੱਦਾਂ ਫਿਰ ਜੇ ਕੋਈ ਉਹਨਾਂ ਦੀਆਂ ਗਲੀਆਂ ਦੀਆਂ ਪਰਿਕਰਮਾ ਕਰੇ ਤਾਂ ਦੋਹਾਂ ਜਹਾਨਾਂ ਵਿੱਚੋਂ ਸੂਰਜ ਤੇ ਚੰਦਰਮਾ ਵਰਗੀ ਰੌਸ਼ਨੀ ਪ੍ਰਾਪਤ ਕਰ ਲੈਂਦਾ ਹੈ। ਭਾਈ ਨੰਦ ਲਾਲ ਸਾਹਿਬ ਜੀ, ਏਡੀ ਵੱਡੀ ਉਹਦੇ ਤੇ ਕਿਰਪਾ ਹੋ ਜਾਂਦੀ ਆ। ਤਾਂ ਕਹਿਣ ਦਾ ਭਾਵ ਇਹ ਆ ਕਿ ਰਚੰਤ ਜੀ ਰਚਨਾ ਮਾਤ ਗਰਭ ਅਸਥਾਪਨੰ ਸਾਸ ਸਾਸ ਸਿਮਰੰਤ ਨਾਨਕ ਮਹਾ ਅਗਨ ਨਾ ਵਿਨਾਸ਼ਨੰ। ਇਹ ਗੱਲ ਨੂੰ ਇਦਾਂ ਕਹਿ ਸਕਦੇ ਹਾਂ, ਕਬੀਰ ਕਾਮ ਪਰੇ ਹਰ ਸਿਮਰੀਐ। ਭਗਤ ਜੀ, ਕਾਮ ਪਰੇ ਹਰ ਸਿਮਰੀਐ ਐਸਾ ਸਿਮਰੋ ਨਿਤ। ਕਬੀਰ ਸਾਹਿਬ ਜੀ ਕਹਿੰਦੇ, ਬੰਦਿਆ ਜਦੋਂ ਰੱਬ ਦੀ ਲੋੜ ਪੈਂਦੀ ਆ, ਜਿਵੇਂ ਉਸ ਵਕਤ ਤੂੰ ਉਹਨੂੰ ਯਾਦ ਕਰਦਾ ਵਾਂ, ਉਵੇਂ ਨਿਤ ਕਰਿਆ ਕਰ। ਕਬੀਰ ਕਾਮ ਭਰੇ, ਜਦੋਂ ਤੈਨੂੰ ਰੱਬ ਤੱਕ ਕੰਮ ਸੀ, ਮਾਂ ਦੇ ਗਰਭ 'ਚ ਸੀ, ਇਹ ਗੱਲ ਨੂੰ ਕਬੀਰ ਸਾਹਿਬ ਜੀ ਖੋਲ ਦਿੰਦੇ ਆ ਬਚਨਾਂ ਰਾਹੀਂ। ਬਾਣੀ ਦੀ ਵਿਆਖਿਆ ਬਾਣੀ ਵੀ ਕਰ ਜਾਂਦੀ ਆ। ਕਾਮ ਪਰੇ ਹਰ ਸਿਮਰੀਐ, ਜਦੋਂ ਤਾਂ ਕੰਮ ਸੀ, ਲੋੜ ਸੀ, ਗਰਭ ਵਿੱਚ ਸੀ, ਤਾਂ ਉਦੋਂ ਤਾਂ ਵਾਹਿਗੁਰੂ ਵਾਹਿਗੁਰੂ ਹੈ ਮੂੰਹ ਸੇ ਨਿਕਲਤਾ, ਉਦੋਂ ਤਾਂ ਤੂੰ ਯਾਦ ਕਰਦਾ ਸੀ। ਕਾਮ ਪਰੇ ਹਰ ਸਿਮਰੀਐ ਐਸਾ ਸਿਮਰੋ ਨਿਤ, ਅਮਰਾਪੁਰ ਬਾਸਾ ਕਰੋ ਹਰ ਗਿਆ ਬਹੋਰੈ ਬਿਤ। ਤੈਨੂੰ ਭਾਈ ਨੰਦ ਲਾਲ ਜੀ ਕਹਿੰਦੇ, ਤੈਨੂੰ ਅਮਰ ਦੌਲਤ ਪ੍ਰਾਪਤ ਹੋ ਜੂਗੀ ਜੇ ਤੂੰ ਗੁਰੂ ਦੀ ਗਲੀ ਦੀ ਪਰਿਕਰਮਾ ਕਰਦਾ ਰਹੇਗਾ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਗਲੀ ਵਿੱਚੋਂ ਜੋ ਲੰਘਿਆ, ਉਹ ਭਿਖਾਰੀ ਬਾਦਸ਼ਾਹ ਬਣ ਕੇ ਲੰਘਿਆ ਹੈ, ਉਹ ਫਿਰ ਮੰਗਤਾ ਨਹੀਂ ਰਿਹਾ। ਇੱਦਾਂ ਫਿਰ ਅਮਰ ਦੌਲਤ ਪ੍ਰਾਪਤ ਹੋ ਜਾਂਦੀ ਆ। ਅਮਰਾਪੁਰ ਬਾਸਾ ਕਰੋ ਕਬੀਰ ਹਰ ਗਿਆ ਬਹੋਰੈ ਬਿਤ। ਜਿਵੇਂ ਕੰਮ ਪਏ ਤੋਂ ਗੁਰੂ ਨੂੰ ਯਾਦ ਕਰਦੇ ਹੋ, ਇਵੇਂ ਨਿੱਤ ਕਰਿਆ ਕਰੋ, ਨਿੱਤ ਚੇਤੇ ਕਰਿਆ ਕਰੋ। ਇਹ ਨਹੀਂ ਕਿ ਕੰਮ ਪੈ ਗਿਆ ਤੇ ਆਪਾਂ ਯਾਦ ਕਰ ਲਿਆ। ਕਬੀਰ ਸਾਹਿਬ ਜੀ ਕਹਿੰਦੇ, ਫਿਰ ਤਾਂ ਤੁਸੀਂ ਕੀ ਸੈਲਫਿਸ਼ ਹੋ, ਭਾਵ ਕੀ ਸਵਾਰਥੀ ਹੋ ਤੁਸੀਂ, ਤੁਹਾਡਾ ਗੁਰੂ ਨਾਲ ਕੋਈ ਸੰਬੰਧ ਨਹੀਂ, ਤੁਹਾਡਾ ਆਪਣੇ ਕੰਮ ਦੇ ਨਾਲ ਹੀ ਮਤਲਬ ਆ। ਕੰਮ ਪੈ ਗਿਆ ਤੇ ਗੁਰੂ ਨੂੰ ਚੇਤੇ ਕਰ ਲਿਆ, ਕੰਮ ਕੋਈ ਨਹੀਂ ਤੇ ਭੁੱਲ ਜੋ ਬਸ ਉਹਨੂੰ। ਕਾਮ ਪਰੇ ਹਰ ਸਿਮਰੀਐ ਐਸਾ ਸਿਮਰੋ ਨਿਤ, ਅਮਰਾਪੁਰ ਬਾਸਾ ਕਰਹੋ ਹਰ ਗਿਆ ਬਹੋਰੈ ਬਿਤ। ਇਵੇਂ ਬੰਦਾ ਅਮਰ ਦੌਲਤ ਪ੍ਰਾਪਤ ਕਰ ਲੈਂਦਾ ਹੈ। ਨੰਦ ਲਾਲ, ਇਸ ਕਰਕੇ ਸੱਚ ਕੀ ਆ ਦੱਸੋ 51 ਕਵੀਆਂ ਨੂੰ ਤੇ ਮੈਨੂੰ ਵੀ ਦੱਸੋ। ਮਹਾਰਾਜ ਤੁਹਾਡੀ ਯਾਦ ਹੀ ਸੱਚ ਆ, ਹੋਰ ਸਭ ਕੁਝ ਝੂਠ ਆ। ਜਿਹੜਾ ਤੁਹਾਡੀ ਗਲੀ ਵਿੱਚੋਂ ਇੱਕ ਵਾਰ ਗੁਜ਼ਰ ਜਾਵੇਗਾ ਨਾ, ਲੰਘ ਜਾਵੇਗਾ, ਤੇ ਉਹਨੂੰ ਸੂਰਜ ਤੇ ਚੰਦਰਮਾ ਦੀ ਰੌਸ਼ਨੀ ਵਰਗਾ ਜਿਹੜਾ ਉਜਲਾ ਪਾਣਾ ਇਹ ਪ੍ਰਾਪਤ ਹੋ ਜਾਂਦਾ ਹੈ ਉਹਨੂੰ। ਤੇ ਸੁੱਧ ਮੇ ਨਾ ਸੁੱਧ ਹੈ, ਬੁੱਧ ਮੇ ਨਾ ਬੁੱਧ ਹੈ, ਤੇ ਉਹਨੂੰ ਇਹ ਵਾਲੀ ਅਵਸਥਾ ਮਸਤੀ ਵਾਲੀ ਪ੍ਰਾਪਤ ਹੋ ਜਾਂਦੀ ਆ। ਤਾਂ ਇੱਥੇ ਗੁਰੂ ਅਰਜਨ ਦੇਵ ਜੀ ਬਸ ਇਹ ਕਹਿ ਰਹੇ ਨੇ ਸਾਨੂੰ ਕਿ ਤੈਨੂੰ ਬਹੁਤ ਹੀ ਔਖੇ ਸਮੇਂ 'ਚ ਉਹਨੇ ਸੰਭਾਲਿਆ ਹੈ, ਪਰ ਤੂੰ ਉਦੋਂ ਯਾਦ ਰੱਖਿਆ, ਬਾਹਰ ਆ ਕੇ ਤੂੰ ਭੁੱਲ ਹੀ ਗਿਆ ਹੈ। ਕਬੀਰ ਦੀਨ ਗਵਾਇਆ ਦੁਨੀ ਸਿਉ,
ਦੁਨੀ ਨਾ ਚਾਲੀ ਸਾਥ, ਪਾਏ ਕੁਹਾੜਾ ਮਾਰਿਆ, ਗਾਫਲੇ ਆਪਣੇ ਹਾਥ। ਇਸ ਕਰਕੇ ਸੱਚ ਕਹਿੰਦੇ ਬਹੁਤ ਕੌੜਾ ਹੁੰਦਾ। ਸਾਰੇ ਨੂੰ ਪਤਾ ਹੀ ਆ ਇਹ ਗੱਲ, ਪਰ ਸੱਚ ਕੀ ਹੁੰਦਾ ਨੰਦ ਲਾਲ ਜੀ ਕਹਿੰਦੇ ਕਿਸੇ ਨੂੰ ਨਹੀਂ ਪਤਾ। ਸੱਚ ਕੌੜਾ ਹੁੰਦਾ ਇਹ ਤਾਂ ਪਤਾ, ਸੱਚ ਕੌੜਾ ਹੁੰਦਾ, ਪਰ ਸੱਚ ਹੁੰਦਾ ਕੀ ਆ ਇਹ ਨਹੀਂ ਪਤਾ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਕਿ ਔਰਤ ਕੀ ਹੁੰਦੀ ਆ ਇਹ ਲੋਕਾਂ ਨੂੰ ਪਤਾ ਹੈ, ਪਰ ਔਰਤ ਹੋਣਾ ਕੀ ਹੁੰਦਾ ਹੈ ਇਹ ਨਹੀਂ ਬਹੁਤਿਆਂ ਨੂੰ ਪਤਾ। ਇਹ ਉਹੀ ਜਾਣਦੀ ਆ, ਉਹਦੀ ਉਹ ਪੀੜਾ, ਉਹ ਅਹਿਸਾਸ ਬੱਚੇ ਨੂੰ ਜਨਮ ਦੇਣ ਸਮੇਂ ਉਹ ਜੋ ਹੈ ਬਹੁਤ ਸਾਰੀ ਪੀੜਾ ਉਹਨੂੰ ਸਾਂਭਣਾ। ਤੇ ਮਹਾਰਾਜ ਨੇ ਤਾਂ ਹੀ ਮਾਂ ਬਣਾਈ ਆ। ਉਹ ਕਹਿੰਦੇ ਮੈਂ ਹਰ ਘਰ ਨਹੀਂ ਜਾ ਸਕਦਾ, ਮੈਂ ਆਪਣੇ ਨੂਰ ਦੇ ਵਿੱਚੋਂ ਨੂਰ ਨੂੰ ਜੁਦਾ ਕਰਕੇ ਹੀ ਮਾਵਾਂ ਬਣਾਈਆਂ ਨੇ, ਤੇ ਉਹ ਹੁਣ ਬੱਚਿਆਂ ਨੂੰ ਪਾਲਣਗੀਆਂ। ਤੇ ਮੈਂ ਜਿਹੜਾ ਹਾਂ ਉਹ ਸਰਗੁਣ ਨਿਰਗੁਣ ਰੂਪ ਵਿੱਚ ਹੋ ਕੇ ਸਮਾਇਆ ਰਹਾਂਗਾ। ਸਾਰੀਆਂ ਮਾਵਾਂ ਦੇ ਦਿਲਾਂ ਅੰਦਰ ਉਹਨਾਂ 'ਚ ਮਮਤਾ ਭਰਦਾ ਰਹਾਂਗਾ। ਕੁਰਬਾਨ ਕੀਤਾ ਤਿਸੈ ਵਿਟੋ, ਜਿਨ ਮੋਹ ਮੀਠਾ ਲਾਇਆ, ਤਾਂ ਕਿ ਉਹ ਬੱਚਿਆਂ ਨੂੰ ਦੁੱਧ ਪਿਲਾਉਣ, ਉਹਨਾਂ ਨੂੰ ਪਾਲਣ, ਉਹਨਾਂ ਨੂੰ ਵੱਡਾ ਕਰਨ। ਜਦੋਂ ਉਹਨਾਂ ਦੀਆਂ ਦੰਦੀਆਂ ਨਿਕਲਦੀਆਂ ਨੇ ਉਹਨਾਂ ਦਾ ਸਿਰ ਘੁੱਟਣ, ਤੇ ਜਦੋਂ ਉਹ ਬੋਲਣਾ ਨਹੀਂ ਜਾਣਦੇ ਉਹਨਾਂ ਨੂੰ ਬੋਲਣਾ ਸਿਖਾਉਣ। ਇਹ ਮਮਤਾ ਕੁਰਬਾਨ ਕੀਤਾ ਤਿਸੈ ਵਿਟੋ, ਗੁਰੂ ਅਮਰਦਾਸ ਜੀ ਜਿਨ ਮੋਹ ਮੀਠਾ ਲਾਇਆ। ਇਹ ਵਾਹਿਗੁਰੂ ਨੇ ਮੋਹ ਭਰਿਆ ਹੈ, ਇਹ ਵੀ ਉਹਦਾ ਹੀ ਆ। ਤਾਂ ਗੁਰੂ ਪਿਆਰਿਓ, ਕਹਿਣ ਦਾ ਭਾਵ ਇਹ ਆ ਕਿ ਜਿਵੇਂ ਕੰਮ ਪਏ ਤੋਂ ਰੱਬ ਨੂੰ ਯਾਦ ਕਰਦੇ ਹਾਂ, ਬਸ ਉਵੇਂ ਨਿਤ ਹੀ ਕਰੋ ਸਾਸ ਸਾਸ ਸਿਮਰੰਤ, ਨਾਨਕ ਮਹਾ ਅਗਨ ਨਾ ਬਿਨਾਸਨੰ, ਨਾਨਕ ਸੋ ਧਣੀ। ਐਸੇ ਪਿਆਰੇ ਨੂੰ ਕਿਉਂ ਵਿਸਾਰਿਓ, ਕਿਉਂ ਭੁਲਾਈ ਬੈਠਾ ਹੈ, ਉਧਰੇ ਜਿਸ ਦੈ ਨਾਏ, ਜਿਹਦੇ ਕਰਕੇ ਤੇਰੀ ਕਲੀ ਜਿਹੜੀ ਆ ਫੁੱਲ ਬਣੀ ਆ। ਐਸੇ ਪਿਆਰੇ ਨੂੰ ਕਿਉਂ ਭੁਲਾਇਆ, ਤੇ ਜਿਹਦੇ ਕਰਕੇ ਤੇਰੀ ਜਿਹੜੀ ਆਹ ਕਲੀ ਆ ਫੁੱਲ ਬਣੀ ਸੀ, ਜਿਹਦੇ ਕਰਕੇ ਤੇਰਾ ਜਨਮ ਹੋਇਆ ਹੈ, ਉਹਨੂੰ ਕਿਉਂ ਤੂੰ ਭੁਲਾਉਣਾ ਹੈ। ਰਕਤ ਬਿੰਦ ਕਰ ਨਿੰਮਿਆ, ਇਸ ਕਰਕੇ ਤੂੰ ਮਿੱਟੀ ਦਾ ਪੁਤਲਾ ਹੈ। ਤੇ ਅਗਨ ਉਦਰ ਮੁਝਾਰ, ਔਰਦ ਮੁਖ ਕਚੀਲ ਬਿਕਲ ਨਰਕ ਘੋਰ ਗੁਬਾਰ। ਬੜੇ ਹਨੇਰੇ ਵਿੱਚ ਤੂੰ 9 ਮਹੀਨੇ ਰਿਹਾ, ਪਰ ਉਦੋਂ ਤੈਨੂੰ ਯਾਦ ਆਉਂਦੀ ਸੀ ਜਦੋਂ ਵਿੱਚੋਂ ਗਰਭੈ ਨਿਕਲ ਆਇਆ, ਖਸਮ ਵਿਸਾਰ ਦੁਨੀ ਚਿਤ ਲਾਇਆ, ਉਦੋਂ ਤੂੰ ਭੁੱਲ ਗਿਆ ਹੈ। ਇਹ ਗੁਰੂ ਮਹਾਰਾਜ ਨੇ ਦੱਸਿਆ। ਤਾਂ ਗੁਰੂ ਸਾਹਿਬ ਨਾਲ ਭਾਈ ਪਿਆਰ ਪੈਦਾ ਕਰੋ, ਪਿਆਰ ਬਣਾਓ। ਤੇ ਉਹ ਕਿਵੇਂ ਬਣੇਗਾ, ਉਹਦੇ ਲਈ ਕਿਹੜਾ ਕਰਮ ਆ। ਸਾਧ ਸੰਗਤ ਅਸਥਾਨ ਜਗਮਗ ਨੂਰ ਹੈ। ਸਾਧ ਸੰਗਤ ਆ ਉਹਦੇ ਲਈ। ਗੁਰੂ ਨਾਲ ਪਿਆਰ ਕਿਵੇਂ ਪੈਦਾ ਹੁੰਦਾ ਹੈ, ਸਾਧ ਸੰਗਤ ਵਿੱਚ ਆ ਕੇ ਪੈਦਾ ਹੁੰਦਾ ਹੈ। ਜਾਂ ਪੂਰਬ ਕਰਮ ਅੰਕੁਰ ਜਬ ਪ੍ਰਗਟੇ, ਭੇਟਿਓ ਪੁਰਖ ਰਸਕ ਬੈਰਾਗੀ, ਮਿਟਿਓ ਅੰਧੇਰ ਮਿਲਤ ਹਰ ਨਾਨਕ, ਜਨਮ ਜਨਮ ਕੀ ਸੋਈ ਜਾਗੀ। ਜੇ ਆਪਾਂ ਉਹਦੇ ਨਾਲ ਪਿਆਰ ਨਾ ਕਰੀਏ, ਅਸੀਂ ਬਹੁਤ ਲਾਲਚ ਵਿੱਚ ਫਸ ਜਾਵਾਂਗੇ। ਕਲਗੀਆਂ ਵਾਲੇ ਸੱਚੇ ਪਾਤਸ਼ਾਹ ਦੀ ਇੱਕ ਗਾਥਾ ਹੈ। ਜਦੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਚਮਕੌਰ ਦੀ ਗੜੀ ਤੋਂ ਹੁੰਦੇ ਹੋਏ ਆਪਣੇ ਬੱਚਿਆਂ ਦੇ ਸਾਹਿਬਜ਼ਾਦੇ ਜਿਗਰ ਦੇ ਟੋਟਿਆਂ ਕੋਲ ਦੀ ਗੁਜ਼ਰੇ ਨੇ। ਕੱਲ੍ਹ ਦੇ ਦੀਵਾਨ ਵਿੱਚ ਆਪਾਂ ਕਿਹਾ ਸੀ, ਇਹ ਪੂਰਾ ਆਪਾਂ ਕਰ ਦਿੱਤੀ ਸੀ ਇੱਥੋਂ ਤੱਕ। ਤੇ ਭਾਈ ਦਇਆ ਸਿੰਘ ਨੇ ਕਿਹਾ ਸੀ, ਮਹਾਰਾਜ ਕਮਰ ਕੱਸਾ ਇੱਦਾਂ ਖੋਲ ਕੇ ਪਾੜ ਕੇ 2 ਟੁਕੜੇ ਕਰਕੇ ਉਹਦੇ ਟੋਟੇ, ਤੇ ਮੁੱਖ ਕੱਜ ਦੇਵਾਂ ਇਹਨਾਂ ਦਾ, ਤੁਹਾਡੇ ਲਾਲ ਨੇ। ਗੁਰੂ ਸਾਹਿਬ ਨੇ ਆਖਿਆ ਸੀ, ਨਹੀਂ, ਜੇ ਕੱਜਣਾ ਤੇ ਸਾਰਿਆਂ ਦਾ ਕੱਜੀ, ਕਿਉਂਕਿ ਇੰਨੇ ਕੱਪੜੇ ਨਹੀਂ ਆਪਣੇ ਕੋਲ, ਤੇ ਇਹਨਾਂ ਦਾ ਵੀ ਨਹੀਂ ਰਹਿਣ ਦੇ। ਉਦੋਂ ਬਾਅਦ ਮਹਾਰਾਜ ਫਿਰ ਮਾਛੀਵਾੜੇ ਦੇ ਜੰਗਲ 'ਚ ਜਾਣ ਤੋਂ ਪਹਿਲਾਂ ਇੱਕ ਪਿੰਡ ਵਿੱਚੋਂ ਗੁਜ਼ਰੇ ਨੇ। ਉੱਥੇ 2 ਗੁੱਜਰ ਸੀ। ਤੇ ਇਹ ਸਾਖੀ ਇਵੇਂ ਤੁਹਾਨੂੰ ਪਤਾ ਲੱਗੂ, ਜੇ ਪਿਆਰ ਨਹੀਂ ਨਾ ਮਹਾਰਾਜ ਨਾਲ, ਤੇ ਗੁਰੂ ਬੰਦੇ ਲਈ ਕੱਖ ਵੀ ਨਹੀਂ ਹੈਗਾ। ਜੇ ਪਿਆਰ ਨਹੀਂ, ਪਿਆਰ ਆ ਤਾਂ ਗੁਰੂ ਬਹੁਤ ਕੁਝ ਆ, ਪਿਆਰ ਨਹੀਂ ਤਾਂ ਗੁਰੂ ਸਾਡੇ ਲਈ ਕੁਝ ਵੀ ਨਹੀਂ। ਇਹ ਇੱਕ ਗੁੱਜਰ ਜਿਹੜਾ ਸੀ, ਉਹਨੇ ਦੇਖ ਲਿਆ, ਕਹਿਣ ਲੱਗਾ, ਉਹ ਦੇਖ, ਆਪਦੇ ਸਾਥੀ ਨੂੰ ਕਹਿ ਰਿਹਾ ਹੈ, ਉਹ ਦੇਖ
ਇਹ ਗੁਰੂ ਗੋਬਿੰਦ ਸਿੰਘ ਨੇ। ਉਹ ਕਹਿੰਦਾ ਤੈਨੂੰ ਕਿਵੇਂ ਪਤਾ ਹੈ? ਇਹਨਾਂ ਦੇ ਕਲਗੀ ਨਹੀਂ ਲੱਗੀ। ਬਿਲਕੁਲ ਮਹਾਰਾਜ, ਇਹਨਾਂ ਦੇ ਦਸਤਾਰ ਨਹੀਂ ਉੱਦਾਂ ਦੀ ਬੰਨੀ ਜਿੱਦਾਂ ਸੁਣਿਆ ਸੀ। ਕੋਈ ਘੋੜਾ ਨਹੀਂ, ਬਾਜ ਨਹੀਂ, ਫੌਜ ਨਹੀਂ, ਨਾ ਸਾਜੋ ਨਾ ਬਾਜੋ ਨਾ ਫੌਜੋ ਨਾ ਫਰਸ਼, ਕੁਝ ਵੀ ਨਹੀਂ ਇੱਦਾਂ ਦਾ, ਬਿਲਕੁਲ ਸਧਾਰਨ ਨੇ। ਕਹਿੰਦਾ ਨਹੀਂ, ਤੈਨੂੰ ਪਤਾ ਨਹੀਂ, ਇਹ ਗੁਰੂ ਗੋਬਿੰਦ ਸਿੰਘ ਹੀ ਆ। ਤਾਂ ਇਹਨਾਂ ਕੀ ਕੀਤਾ? ਕਹਿੰਦੇ ਇਹਨਾਂ ਦੇ ਸਿਰ ਤੇ ਇਨਾਮ ਰੱਖਿਆ ਸਰਕਾਰ ਨੇ। ਮੈਂ ਜਾਣਦਾ ਇਹ ਢੰਡੋਰਾ ਮੈਂ ਸੁਣਿਆ ਹੈ ਕਿ ਇੱਥੇ ਸਿੱਖਾਂ ਦਾ 10ਵਾਂ ਗੁਰੂ ਘੁੰਮਦਾ ਹੈ ਆਹ ਇਲਾਕੇ ਵਿੱਚ, ਮੈਂ ਜਾਣਦਾ ਹਾਂ ਇਹ ਉਹੀ ਆ। ਤਾਂ ਉਹਨੇ ਆਪਦੇ ਸਾਥੀ ਨੂੰ ਮਨਾਇਆ ਤੇ ਡਾਂਗਾਂ ਲਈਆਂ ਇੱਦਾਂ ਦੋ। ਮਹਾਰਾਜ ਸਾਹਿਬ ਜਦੋਂ ਜਾ ਰਹੇ ਸੀ ਤੇ ਕਹਿਣ ਲੱਗੇ ਰੁਕੋ, ਤੁਸੀਂ ਗੁਰੂ ਗੋਬਿੰਦ ਸਿੰਘ ਹੋ? ਇੱਕ ਗੁੱਜਰ ਪੁੱਛਦਾ ਹੈ, ਤੁਸੀਂ ਗੁਰੂ ਗੋਬਿੰਦ ਸਿੰਘ ਹੋ? ਗੁਰੂ ਸਾਹਿਬ ਜੀ ਧੀਰਜ ਨਾਲ ਕਹਿਣ ਲੱਗੇ, ਕਹਿੰਦੇ ਹਾਂਜੀ ਬਿਲਕੁਲ, ਲੋਕ ਮੈਨੂੰ ਇਹ ਨਾਮ ਦੇ ਨਾਲ ਬੁਲਾਉਂਦੇ ਨੇ। ਮੈਂ ਨਹੀਂ ਕਹਿੰਦਾ ਕਿ ਮੈਂ ਗੁਰੂ ਹਾਂ, ਲੋਕ ਮੈਨੂੰ ਗੁਰੂ ਗੋਬਿੰਦ ਸਿੰਘ ਕਹਿੰਦੇ ਨੇ। ਗੋਬਿੰਦ ਸਿੰਘ ਮੇਰਾ ਨਾਮ ਹੈ। ਤਾਂ ਕਹਿਣ ਲੱਗੇ ਫਿਰ ਤੁਹਾਡੇ ਸਿਰ ਤੇ ਤਾਂ ਬੜਾ ਇਨਾਮ ਆ ਤੇ ਸਾਡੀ ਤਾਂ ਗਰੀਬੀ, ਅਸੀਂ ਗੁੱਜਰ ਹਾਂ ਤੇ ਦੂਰ ਹੋ ਜਾਏਗੀ ਤੇ ਅਸੀਂ ਤੁਹਾਨੂੰ ਹੁਣ ਫੜਾਉਣਾ ਹੈ, ਕੋਤਵਾਲੀ ਦੇ ਵਿੱਚ ਲੈ ਕੇ ਜਾਣਾ, ਫੜਾ ਦੇਣਾ ਹੈ। ਤੇ ਮਹਾਰਾਜ ਕਹਿੰਦੇ ਫਿਰ ਤੁਹਾਨੂੰ ਕੀ ਮਿਲੂਗਾ? ਕਹਿੰਦੇ ਇਨਾਮ ਮਿਲੂਗਾ, ਪੈਸੇ ਮਿਲਣਗੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਦੋਂ ਖੀਸੇ ਵਿੱਚ ਹੱਥ ਪਾ ਕੇ, ਉਹਨਾਂ ਕੋਲ ਇੱਕ ਸਿਮਰਨਾ ਸੀ, ਕਿਸੇ ਨੇ ਤੋਹਫੇ ਵਜੋਂ ਮਹਾਰਾਜ ਨੂੰ ਦਿੱਤਾ ਸੀ। ਉਹ ਸੋਨੇ ਤੇ ਹੀਰਿਆਂ ਦੇ ਨਾਲ ਜੜਤ ਸੀ। ਮਹਾਰਾਜ ਕਹਿੰਦੇ ਆਹ ਲਓ, ਤੁਸੀਂ ਆਹ ਲੈ ਲਓ। ਇੰਨੇ ਪੈਸੇ ਨਹੀਂ ਤੁਹਾਨੂੰ ਦੇਣਗੇ ਉਹ, ਇਹ ਬਹੁਤ ਮਹਿੰਗਾ ਹੈ, ਬਹੁਤ ਜ਼ਿਆਦਾ ਮਹਿੰਗਾ ਹੈ, ਤੇ ਇਹ ਤੁਸੀਂ ਰੱਖ ਲਓ, ਮੈਨੂੰ ਜਾਣ ਦਿਓ। ਮਹਾਰਾਜ ਨੇ ਪਹਿਲਾਂ ਮੈਂ ਆਪ ਜੀ ਨੂੰ ਆਖਿਆ ਹੈ, ਸਤਿਗੁਰੂ ਜੀ ਤਾਂ ਝਗੜਾ ਕਰਨਾ ਹੀ ਨਹੀਂ ਚਾਹੁੰਦੇ। ਮਹਾਰਾਜ ਤਾਂ ਕਹਿੰਦੇ ਮੈਨੂੰ ਸ਼ੌਂਕ ਹੀ ਨਹੀਂ, ਮੈਂ ਤਲਵਾਰ ਇੱਦਾਂ ਉਠਾਵਾਂ, ਕਿਸੇ ਨੂੰ ਕੱਟਾਂ, ਕਿਸੇ ਦੇ ਤੀਰ ਮਾਰਾਂ, ਮੇਰਾ ਤਾਂ ਦਿਲ ਹੀ ਨਹੀਂ ਕਰਦਾ। ਇਹ ਮਜਬੂਰ ਕਰ ਦਿੰਦੇ ਨੇ ਦੁਸ਼ਟ ਲੋਕ ਜਿਹੜੇ ਨੇ। ਤਾਂ ਉਦੋਂ ਕਹਿਣ ਲੱਗੇ ਵੀ ਦੇ ਦਿੱਤੀ, ਉਹ ਮਾਲਾ ਦੇ ਦਿੱਤੀ। ਉਹ ਮਣਕੇ ਗਿਣਨ ਲੱਗ ਗਏ, ਇੰਨੇ ਲਾਲਚੀ ਸੀ ਗੁੱਜਰ, ਤੇ ਮਣਕੇ ਗਿਣਨ ਲੱਗ ਗਏ ਵੀ ਮਣਕੇ ਕਿੰਨੇ ਆ। ਲੱਭ ਕੁੱਤਾ ਕੂੜ ਚੂੜਾ, ਠੱਗ ਖਾਦਾ ਮੁਰਦਾਰ, ਲੋਭੀ ਕਾਵੇ ਸਾਹ ਨਾ ਕੀਜੈ, ਜੇ ਕਾ ਪਾਰ ਵਸਾਏ, ਅੰਤ ਕਾਲ ਤਿੱਥੈ ਤੋ ਹੈ, ਜਿੱਥੈ ਹੱਥ ਨਾ ਪਾਏ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਜਿੱਥੇ ਲਾਲਚੀ ਬੰਦਾ ਹੋਵੇ ਨਾ, ਲੋਭੀ ਬੰਦਾ ਤੁਹਾਨੂੰ ਮਿਲੇ, ਉਹਦਾ ਕਦੇ ਵਿਸਾਹ ਨਾ ਕਰੋ, ਕਿਉਂਕਿ ਉਹ ਤੁਹਾਨੂੰ ਅੰਤ ਕਾਲ ਤਿੱਥੈ ਤੋ ਹੈ, ਜਿੱਥੈ ਹੱਥ ਨਾ ਪਾਏ, ਉੱਥੇ ਧੋਖਾ ਦੇ ਦੂਗਾ ਜਿੱਥੇ ਤੁਸੀਂ ਪਛਤਾਓਗੇ ਬਾਅਦ ਵਿੱਚ। ਲੋਭੀ ਬੰਦੇ ਦਾ ਕਦੇ ਵਿਸਾਹ ਨਾ ਕਰਿਓ, ਗੁਰੂ ਨਾਨਕ ਸਾਹਿਬ ਜੀ। ਤਾਂ ਫਿਰ ਉਹ ਮਾਲਾ ਦੇ ਮਣਕੇ ਗਿਣਦੇ ਨੇ। ਇੱਕ ਕਹਿਣ ਲੱਗਾ ਇਹ ਤਾਂ ਥੋੜ੍ਹੇ ਹੀ ਆ। ਜਿਵੇਂ ਮਹਾਤਮਾ ਬੁੱਧ ਕਹਿੰਦੇ ਨੇ ਕਿ ਲੋਭੀ ਬੰਦਾ, ਸੋਨੇ ਦਾ ਮੀਂਹ ਪੈ ਜੇ ਉਹਦੇ ਤੇ, ਸੋਨੇ ਦੇ ਸਿੱਕਿਆਂ ਦਾ, ਉਹਨੇ ਕਹਿਣਾ ਥੋੜ੍ਹਾ ਹੀ ਆ। ਇਹ ਵੀ ਉੱਦਾਂ ਦੇ ਸੀ ਦੋਨੋਂ। ਇਹਨਾਂ ਗੁੱਜਰਾਂ ਨੇ ਮਣਕੇ ਗਿਣੇ, ਕਹਿੰਦੇ ਨਹੀਂ ਤਾਂ ਬੜੇ ਥੋੜ੍ਹੇ ਆ। ਫਿਰ ਕਹਿੰਦੇ ਡਾਂਗਾਂ ਚੁੱਕ ਕੇ ਫੇਰ ਆ ਗਏ। ਪਹਿਲਾਂ ਚਲੇ ਗਏ ਨੇ ਵੀ ਚਲੋ ਠੀਕ ਆ, ਛੱਡਤਾ, ਫਿਰ ਆ ਗਏ ਰਸਤੇ 'ਚ, ਲਾਲਚ ਨੇ ਫਿਰ ਲਿਆਂਦਾ। ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਕਹਿੰਦੇ ਨਹੀਂ ਨਹੀਂ, ਇਹ ਥੋੜ੍ਹੇ ਆ, ਹਜੇ ਇੰਨੇ ਨੇ ਨਹੀਂ ਸਰਨਾ, ਸਾਨੂੰ ਤਾਂ ਹੋਰ, ਅਸੀਂ ਇਹ ਵੀ ਇਨਾਮ ਲੈਣਾ, ਜਿਹੜਾ ਤੁਹਾਡੇ ਸਿਰ 'ਤੇ ਰੱਖਿਆ ਉਹ ਵੀ ਲੈਣਾ। ਭਾਵ ਤੁਹਾਡਾ ਸਿਮਰਨਾ ਵੀ ਲੈ ਲਿਆ, ਆਹ ਮਾਲਾ ਵੀ ਲੈ ਲਈ, ਜਿਹੜਾ ਹੁਣ ਉੱਥੋਂ ਮਿਲਣਾ ਤੇ ਤੁਹਾਨੂੰ ਫੜਾ ਕੇ ਹੀ ਮਿਲਣਾ ਨਾ, ਤੁਹਾਡੀ ਖਬਰ ਦੇ ਕੇ, ਉਹ ਵੀ ਅਸੀਂ ਲੈਣਾ। ਉਹ ਜਿਹੜੀਆਂ ਸੋਨੇ ਦੀਆਂ ਮੋਹਰਾਂ ਤੁਹਾਡੇ ਰੱਖੀਆਂ ਨੇ ਇਨਾਮ, ਉਹ ਵੀ ਅਸੀਂ ਲੈਣਾ, ਅਸ਼ਰਫੀਆਂ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਇੱਦਾਂ ਨਾ ਕਰੋ, ਲਾਲਚ ਨਾ ਕਰੋ ਤੁਸੀਂ। ਜਦੋਂ ਸਭ ਠੀਕ ਹੋ ਜਾਏਗਾ ਤੁਸੀਂ ਸਾਡੇ ਦਰਬਾਰ ਵਿੱਚ ਆਇਓ, ਅਸੀਂ ਤੁਹਾਨੂੰ ਉਦੋਂ ਵੀ ਨਿਹਾਲ ਕਰ ਦਾਂਗੇ, ਕੋਈ ਐਸੀ ਗੱਲ ਨਹੀਂ। ਕਹਿੰਦੇ ਨਹੀਂ ਨਹੀਂ, ਅਸੀਂ ਫੜਾਉਣਾ ਹੀ ਆ। ਤਾਂ ਇਹਨਾਂ ਕੋਲ 2 ਡਾਂਗਾਂ ਸੀ ਬਹੁਤ ਮੋਟੀਆਂ। ਮਹਾਰਾਜ ਸੱਚੇ ਪਾਤਸ਼ਾਹ ਜੀ ਤੇ ਇਤਿਹਾਸਕਾਰ ਕਹਿੰਦੇ ਵਾਰ ਕਰਨ ਲੱਗੇ। ਉਦੋਂ ਸਤਿਗੁਰੂ ਜੀ ਨੇ ਆਪਣੀ ਇੱਕ ਸ਼ਮਸ਼ੀਰ ਜਿਹੜੀ ਆ ਉਹਦੇ ਨਾਲ ਇਹਨਾਂ ਦੋਨਾਂ ਦੇ ਟੋਟੇ ਕਰ ਦਿੱਤੇ। ਟੋਟੇ ਕਰਕੇ ਮਹਾਰਾਜ ਦੋਨਾਂ ਨੂੰ ਜ਼ਮੀਨ ਤੇ ਸੁੱਟ ਕੇ ਕਹਿੰਦੇ ਨੇ ਤੁਹਾਨੂੰ ਮਾਰਨਾ ਨਹੀਂ ਸੀ, ਤੁਸੀਂ ਮੈਨੂੰ ਮਜਬੂਰ ਕਰਤਾ। ਦੇਖੋ, ਤੁਹਾਨੂੰ ਮਾਰਨਾ ਨਹੀਂ ਸੀ। ਮਹਾਰਾਜ ਕਲਗੀਆਂ ਵਾਲੇ ਸੱਚੇ ਪਾਤਸ਼ਾਹ ਜੀ ਕਹਿੰਦੇ ਤੁਹਾਡੇ ਲਾਲਚ ਨੂੰ ਕੱਟਣ ਲਈ ਤੁਹਾਨੂੰ ਵੀ ਕੱਟਣਾ ਪਿਆ, ਕਿਉਂਕਿ ਉਹ ਤੁਹਾਡੇ ਅੰਦਰ ਹੀ ਸੀ।
ਤਾਂ ਉਹਨਾਂ ਦੇ 2 ਟੋਟੇ ਮਹਾਰਾਜ ਨੇ ਕੀਤੇ ਇਕੱਠੇ, ਜਿਹੜੇ ਗੁੱਜਰ ਸੀ 2, ਤੇ ਮਹਾਰਾਜ ਕਹਿੰਦੇ ਤੁਸੀਂ ਹਟਦੇ ਨਹੀਂ। ਸਮਝਾਇਆ ਪਹਿਲਾਂ, ਮਹਾਰਾਜ ਸਮਝਾਉਂਦੇ ਨੇ। ਤਾਂ ਇਹ ਮੈਂ ਤਾਂ ਕਹਿ ਰਿਹਾ, ਸੱਚ ਕੀ ਹੈ ਨੰਦ ਲਾਲ, ਸੱਚ ਉਹਦੀ ਯਾਦ, ਪਾਕ ਪਰਵਦਗਾਰ ਵਾਹਿਗੁਰੂ ਦੀ ਯਾਦ, ਉਹਦੇ ਨਾਲ ਪਿਆਰ ਹੀ ਸੱਚ ਆ। ਉਹ ਗੁੱਜਰ ਜੇ ਪਿਆਰ ਕਰਦੇ ਮਹਾਰਾਜ ਨਾਲ, ਫਿਰ ਉਹਨਾਂ ਦੀ ਵਰਤੀ ਹੋਰ ਸੀ, ਪਿਆਰ ਅੰਦਰੋਂ ਗਾਇਬ ਹੋ ਗਿਆ, ਲਾਲਚ ਆ ਗਿਆ, ਤੇ ਮਹਾਰਾਜ ਨੂੰ ਫੜਾਉਣਾ ਚਾਹੁੰਦੇ ਸੀ, ਸੱਚੇ ਪਾਤਸ਼ਾਹ ਨੂੰ। ਤੇ ਗੁਰੂ ਮਹਾਰਾਜ ਕਹਿੰਦੇ ਤੁਹਾਨੂੰ ਮਾਰਨਾ ਨਹੀਂ ਸੀ ਮੈਂ, ਤੁਸੀਂ ਮੈਨੂੰ ਮਜਬੂਰ ਕਿਉਂ ਕੀਤਾ, ਤਾਂ ਮੈਨੂੰ ਮਾਰਨਾ ਪਿਆ। ਇੱਦਾਂ ਦਾ ਕਲਗੀਆਂ ਵਾਲੇ ਸੱਚੇ ਪਾਤਸ਼ਾਹ ਦਾ ਸੁਭਾਅ ਹੈ। ਤਾਂ ਸਾਸ ਸਾਸ ਸਿਮਰੰਤ ਨਾਨਕ ਮਹਾ ਅਗਨ ਨਾ ਵਿਨਾਸ਼ਨੰ। ਫਿਰ ਇਹ ਮਾਛੀਵਾੜੇ ਦੇ ਜੰਗਲਾਂ ਵਿੱਚ ਜਾ ਕੇ ਜਦੋਂ ਸਤਿਗੁਰ ਸੱਚੇ ਪਾਤਸ਼ਾਹ ਗੁਰੂ ਗਰੀਬ ਨਵਾਜ ਆਰਾਮ ਕਰ ਰਹੇ ਨੇ, ਤਾਂ ਇਹਨਾਂ ਦੀ ਇਹ ਅਵਸਥਾ ਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਦਰਬਾਰ ਵਿੱਚ 52 ਕਵੀ ਹੋਏ, ਉਹਨਾਂ 'ਚੋਂ ਇੱਕ ਕਵੀ ਹੋਏ ਸੈਨਾਪਤ, ਉਹਨਾਂ ਦਾ ਨਾਮ ਸੀ ਕਵੀ ਸੈਨਾਪਤ ਜੀ। ਉਹ ਲਿਖਦੇ ਆ ਬੜਾ ਸੋਹਣਾ ਮਹਾਰਾਜ ਬਾਰੇ। ਕਹਿੰਦੇ ਜਦੋਂ ਮੈਂ ਰੱਬ ਦੇ ਵੱਲ ਤੱਕਦਾ ਹਾਂ, ਉਹਨਾਂ ਨੇ ਆਪਣੀਆਂ ਲਿਖਤਾਂ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੂੰ ਗੋਬਿੰਦ ਨਹੀਂ ਲਿਖਿਆ, ਨਿਰੰਕਾਰ ਹੀ ਲਿਖਿਆ ਹੈ। ਕਹਿੰਦੇ ਜਦੋਂ ਮੈਂ ਨਿਰੰਕਾਰ ਵੱਲ ਤੱਕਦਾ ਹਾਂ ਜਾਂ ਪਰਮਾਤਮਾ ਵੱਲ ਤੱਕਦਾ ਹਾਂ, ਇੱਕ ਗੱਲ ਮੈਂ ਬੜੀ ਦੇਖੀ ਆ। ਉਹ ਕਹਿੰਦੇ ਨਿਰੰਕਾਰ ਆਪਾਰ ਗਤ ਬਹੁ-ਬਿਧ ਕਰ ਵਿਸਥਾਰ, ਸਭੈ ਛਾੜ ਛਿਨ ਮੈਂ ਦਿਓ, ਇਸ ਕਰਕੇ ਰਹਿਓ ਸੋ ਏਕੰਕਾਰ। ਪਰਮਾਤਮਾ ਦਾ ਕਹਿੰਦੇ ਇੱਕ ਸੁਭਾਅ, ਕਵੀ ਕਹਿੰਦੇ ਨੇ ਸੈਨਾਪਤ, ਕਹਿੰਦੇ ਦੁਨੀਆ ਦੇ ਲੋਕੋ ਕੀ ਕਰਦਾ, ਉਹ ਪਹਿਲਾਂ ਇੱਕ ਹੀ ਆ, ਇੱਕ ਸੀ। ਕੀਤਾ ਪਸਾਓ ਏਕੋ ਕਵਾਓ, ਤਿਸਤੇ ਹੋਏ ਲੱਖ ਦਰਿਆਓ। ਉਹਨੇ ਕੀ ਕੀਤਾ, ਇੱਕ ਤੋਂ ਬਹੁਤ ਬਣਾਏ, ਬਹੁਤਿਆਂ ਤੋਂ ਬਹੁਤ ਬਣਾਏ, ਅਣਗਿਣਤ ਬਣਾਏ। ਇੰਨੀ ਦੁਨੀਆ ਸਾਜੀ ਕਿਹਦੇ ਤੋਂ, ਆਪਦੇ ਇੱਕ ਬੋਲ ਤੋਂ। ਇੱਕ ਤੋਂ ਅਨੇਕ ਹੋ ਗਿਆ ਵਾਹਿਗੁਰੂ, ਤੇ ਫਿਰ ਅਨੇਕ ਤੋਂ ਇੱਕ ਵੀ ਹੋ ਜਾਏਗਾ। ਕੀਤਾ ਪਸਾਓ ਏਕੋ ਕਵਾਓ, ਤਿਸਤੇ ਹੋਏ ਲੱਖ ਦਰਿਆਓ। ਇਸ ਕਰਕੇ ਉਹ ਇੱਕ ਸਕਿੰਟ ਵਿੱਚ ਉਹਨੇ ਬਣਾ ਦਿੱਤਾ, ਤੇ ਇੱਕ ਸਕਿੰਟ 'ਚ ਢਾਹ ਵੀ ਦੇਵੇਗਾ ਨਾ, ਫਿਰ ਉਹ ਇੱਕ ਹੋ ਜਾਏਗਾ। ਤੇ ਇਹੀ ਦੁਨੀਆ ਵਿੱਚ ਉਹਨੇ ਇੱਕ ਮੋਹ ਬਣਾਇਆ। ਜਦੋਂ ਕਹਿੰਦੇ ਦਸ਼ਰਥ, ਕਵੀ ਲਿਖਦਾ ਹੈ, ਦਸ਼ਰਥ ਜਿਹੜਾ ਰਾਜਾ ਸੀ, ਜਦੋਂ ਰਾਮਚੰਦਰ ਜੀ ਨੂੰ ਉਹਨਾਂ ਦੇ ਪੁੱਤਰ ਨੂੰ ਜਾਣਾ ਪਿਆ ਇੱਦਾਂ, ਤੇ ਉਹ ਤਾਂ ਕੋਠੇ ਤੋਂ ਡਿੱਗ ਪਏ ਸੀ ਉੱਪਰੋਂ, ਜਾਨ ਦੇ ਦਿੱਤੀ ਸੀ ਉਹਨਾਂ ਨੇ, ਵਿਰਾਗ ਬੜਾ ਆ ਗਿਆ ਸੀ ਉਹਨਾਂ ਨੂੰ। ਤੇ ਇੱਦਾਂ ਹੀ ਦੇਖਦੇ ਹਾਂ ਕਿ ਜੰਗ ਦੇ ਮੈਦਾਨ ਵਿੱਚ ਅਰਜਨ ਦਾ ਜਿਹੜਾ ਪੁੱਤਰ ਆ, ਅਰਜਨ ਦਾ ਪੁੱਤਰ ਆ, ਕਵੀ ਕਹਿ ਰਿਹਾ ਹੈ, ਕਹਿੰਦੇ ਜਦੋਂ ਮਾਰਿਆ ਗਿਆ ਨਾ, ਤੇ ਉਦੋਂ ਅਰਜਨ ਬਹੁਤ ਜ਼ਿਆਦਾ ਪੀੜਾ 'ਚ ਸੀ, ਬਹੁਤ ਦੁੱਖ ਹੋਇਆ। ਇੱਦਾਂ ਹੀ ਕਹਿੰਦੇ ਜਾਨਵਰਾਂ ਵਿੱਚ ਆ, ਕਵੀ ਸੈਨਾਪਤ ਕਹਿ ਰਹੇ ਆ, ਜਿਵੇਂ ਇੱਕ ਬਾਂਦਰੀ ਦਾ ਬੱਚਾ ਹੁੰਦਾ ਹੈ, ਉਹ ਉਹਨੂੰ ਮਰੇ ਹੋਏ ਨੂੰ ਗਲ ਨਾਲ ਲਾਈ ਫਿਰਦੀ ਹੈ, ਉਹਦੇ ਪਿੰਜਰ ਨੂੰ ਵੀ ਲਾਈ ਫਿਰਦੀ ਹੈ। ਜਿਤਨਾ ਸਮਾਂ ਦੂਜਾ ਬੱਚਾ ਨਹੀਂ ਉਹਨੂੰ ਮਿਲ ਜਾਂਦਾ, ਉਹ ਛੱਡਦੀ ਨਹੀਂ ਉਹਨੂੰ। ਇਹ ਮੋਹ ਆ। ਤੇ ਗੁਰੂ ਗੋਬਿੰਦ ਸਿੰਘ ਜੀ ਬਾਰੇ ਉਹ ਫਿਰ ਕਹਿੰਦਾ ਹੈ, ਕਹਿੰਦਾ ਇਹ ਨਿਰੰਕਾਰ ਨੇ ਕਿਵੇਂ ਪਰਮਾਤਮਾ ਦੁਨੀਆ ਬਣਾਉਂਦਾ ਹੈ, ਖੇਲ ਦਿਖਾਉਂਦਾ ਹੈ, ਫਿਰ ਖੇਲ ਸਮੇਟ ਕੇ ਤਬ ਏਕੈ ਏਕੰਕਾਰਾ, ਇਕੱਲਾ ਹੀ ਰਹਿ ਜਾਂਦਾ। ਬਾਜੀਗਰ ਜੈਸੇ ਬਾਜੀ ਪਾਈ, ਬਾਜੀਗਰ ਬਾਜੀਆਂ ਪਾਉਂਦਾ ਹੈ, ਬਾਜੀਆਂ ਪਾ ਕੇ ਉਹ ਸਾਰਾ ਝੋਲਾ ਜਿਹਾ ਬੰਨ੍ਹ ਕੇ ਮੋਢਿਆਂ 'ਤੇ ਰੱਖ ਲੈਂਦਾ, ਇੱਕ ਹੀ ਹੋ ਜਾਂਦਾ, ਫਿਰ ਉਹ ਬਾਹਲੀ ਫਿਕਰ ਨਹੀਂ ਕਰਦਾ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਦੋਂ ਮਾਛੀਵਾੜੇ ਦੇ ਜੰਗਲ 'ਚ ਨਹੀਂ ਆਏ ਸੀ, ਆਨੰਦਪੁਰ ਵਿੱਚ ਉਹਨਾਂ ਕੋਲ ਕੀ ਸੀ? ਕਵੀ ਸੈਨਾਪਤ ਕਹਿੰਦਾ ਹੈ ਹਾਥੀ ਸੀ, ਪ੍ਰਸਾਦੀ ਹਾਥੀ, ਬਾਹਲਾ ਹੀ ਸੋਹਣਾ ਸੀ। ਘੋੜੇ ਸੀ, ਨੀਲਾ ਘੋੜਾ ਸੀ, ਤੇ ਨਗਾਰੇ ਸੀ, ਬਹੁਤ ਸੋਹਣੇ ਨਗਾਰੇ ਸੀ। ਗੁਰੂ ਮਹਾਰਾਜ ਕੋਲ ਤੋਪਾਂ ਸੀ, ਬਾਗਣ ਵਰਗੀਆਂ, ਸ਼ਤਰੂਜੀਤ ਵਰਗੀਆਂ, ਇਹ ਉਹਨਾਂ ਦੇ ਨਾਮ ਨੇ ਤੋਪਾਂ ਦੇ। ਕੀ ਨਹੀਂ ਸੀ? ਬਾਜ ਸੀ, ਕੀ ਨਹੀਂ ਸੀ? ਫੌਜ ਸੀ, ਕੀ ਨਹੀਂ ਸੀ? ਫਿਰ ਚਮਕੌਰ ਦੀ ਗੜੀ ਵਿੱਚ ਸਭ ਕੁਝ ਬਿਖਰ ਗਿਆ, ਸਰਸਾ ਦੇ ਕਿਨਾਰੇ ਸਭ ਕੁਝ ਬਿਖਰ ਗਿਆ। ਮਾਛੀਵਾੜੇ ਦੇ ਜੰਗਲਾਂ 'ਚ ਇਉਂ ਪਏ ਆ ਜਿਵੇਂ ਰੱਬ ਦੁਨੀਆ ਪਹਿਲਾਂ ਬਣਾਉਂਦਾ ਹੈ, ਫਿਰ ਬਣਾ ਕੇ ਸਮੇਟ ਲੈਂਦਾ ਹੈ, ਤੇ ਫਿਰ ਆਰਾਮ ਦੇ ਨਾਲ ਬੈਠਾ ਵੇਖਦਾ। ਇਹ ਕਹਿੰਦੇ ਗੁਰੂ ਗੋਬਿੰਦ ਨਹੀਂ, ਇਹ ਨਿਰੰਕਾਰ ਹੈ। ਕਵੀ ਸੈਨਾਪਤ
ਨੇ ਲਿਖਿਆ ਹੈ। ਕਹਿੰਦੇ ਨੇ ਨਿਰੰਕਾਰ ਆਪਾਰ ਗਤ ਬਹੁ ਕਰ ਵਿਸਥਾਰ ਸਭੈ ਛਾੜ ਛਿਨ ਮੈਂ ਦਿਓ ਰਹਿਓ ਸੋ ਏਕੰਕਾਰ। ਇੱਕ ਛਿਨ 'ਚ ਹੀ ਸਾਰਿਆਂ ਨੂੰ ਛੱਡ ਕੇ ਤੂੰ 100 ਕੌਣ ਰਿਹਾ ਰੋੜਾਂ ਤੇ, ਰੋੜਿਆਂ ਤੇ ਕੌਣ ਸੁੱਤਾ ਸੀ, ਕਿਹਦੇ ਪੈਰ 'ਚ ਛਾਲੇ ਸਨ, ਕੌਣ ਸੀ ਉਹ ਆਵਾਜ਼ਾਂ ਵਾਲਾ ਹੀ ਸੀ। ਤਾਂ ਕਵੀ ਸੈਨਾਪਤ ਕਹਿੰਦਾ ਹੈ ਕਿ ਉਹ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਗੁਰੂ ਗੋਬਿੰਦ ਸਿੰਘ ਸਨ। ਉਹ ਨਿਰੰਕਾਰ ਲਿਖਦਾ ਹੈ ਉਹਨਾਂ ਨੂੰ ਆਪਣੀਆਂ ਲਿਖਤਾਂ 'ਚ। ਜਿਵੇਂ 52 ਕਵੀ ਸੀ ਭਾਈ ਨੰਦ ਲਾਲ ਸਾਹਿਬ ਜੀ, ਅਤੇ ਉੱਦਾਂ ਹੀ ਇੱਕ ਕਵੀ ਜੀ ਸੈਨਾਪਤ ਜੀ ਸੀ। ਇਹ ਸਨ। ਇਸ ਕਰਕੇ ਕਹਿਣਾ ਪਵੇਗਾ ਸੱਚ ਕੀ ਹੈ ਵਾਹਿਗੁਰੂ ਦੀ ਯਾਦ, ਗੁਰੂ ਮਹਾਰਾਜ ਦੀ ਯਾਦ ਹੀ ਸੱਚ ਆ। ਕੋਈ ਫਿਕਰ ਨਹੀਂ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਕਹਿੰਦੇ ਨਾ ਸਾਜੋ ਔਰੰਗਜ਼ੇਬ ਨਾ ਬਾਜੋ, ਨਾ ਫੌਜੋ ਨਾ ਫਰਸ਼ ਖੁਦਾਵੰਦ ਐ ਕਰੀਮੋ ਬਖਸ਼। ਭਾਵ ਕਿ ਮੇਰੇ ਦਿਲ ਦੇ ਵਿੱਚ ਭਾਵੇਂ ਵਾਹਿਗੁਰੂ ਦੀ ਯਾਦ ਆ, ਜਿੰਨਾ ਸਮਾਂ ਮੈਂ ਹਾਰ ਨਹੀਂ ਮੰਨ ਸਕਦਾ। ਮੰਨਿਆ ਮੇਰੇ ਕੋਲ ਸਾਜ਼ ਨਹੀਂ ਹੈਗੇ, ਸਾਜੋ ਸਮਾਨ ਨਹੀਂ, ਤੋਪਾਂ ਨਹੀਂ ਹੈਗੀਆਂ, ਮੰਨਦਾ ਮੈਂ ਗੱਲ, ਮੰਨਦਾ ਹਾਂ। ਬਾਜ ਵੀ ਹੈ ਨਹੀਂ, ਘੋੜਾ ਵੀ ਹੈ ਨਹੀਂ, ਹੁਣ ਕਲਗੀ ਵੀ ਹੈ ਨਹੀਂ, ਪਰ ਜਿੰਨਾ ਸਮਾਂ ਮੇਰੇ ਦਿਲ 'ਚ ਵਾਹਿਗੁਰੂ ਹੈ ਮੈਂ ਹਾਰ ਨਹੀਂ ਮੰਨ ਸਕਦਾ, ਮੈਂ ਨਹੀਂ ਹਾਰ ਮੰਨ ਸਕਦਾ। ਕਿਉਂਕਿ ਕਈਆਂ ਨੇ ਕਿਹਾ ਸੀ ਨਾ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੁਹਾਡੀ ਸੁਲ੍ਹਾ ਕਰਾ ਦਿੰਦੇ ਆ, ਔਰੰਗਜ਼ੇਬ ਦੇ ਨਾਲ ਤੁਹਾਡੀ ਸੁਲ੍ਹਾ ਕਰਾ ਦਿੰਦੇ ਆ। ਮਹਾਰਾਜ ਕਹਿੰਦੇ ਫਿਰ ਉਹਦੇ ਲਈ ਮੈਨੂੰ ਕੀ ਕਰਨਾ ਪਊ, ਅਸੀਂ ਤਿਆਰ ਹਾਂ ਸੁਲ੍ਹਾ ਕਰਨ ਲਈ, ਅਸੀਂ ਤਾਂ ਪਹਿਲਾਂ ਹੀ ਨਹੀਂ ਕਿਸੇ ਨਾਲ ਲੜਨਾ ਚਾਹੁੰਦੇ। ਉਹ ਕਹਿੰਦੇ ਤੁਸੀਂ ਇਹ ਕਹਿ ਦਿਓ ਕਿ ਗੋਬਿੰਦ ਨੇ ਹਾਰ ਮੰਨ ਲਈ ਆ, ਤੁਸੀਂ ਬਸ ਇਹ ਕਹਿਣਾ ਹੈ ਔਰੰਗਜ਼ੇਬ ਜਿੱਤ ਗਿਆ ਤੇ ਤੁਸੀਂ ਹਾਰ ਗਏ ਹੋ, ਇਹ ਸ਼ਬਦ ਕਹਿ ਦਿਓ ਤੇ ਤੁਹਾਡੀ ਸੁਲ੍ਹਾ ਹੋ ਜਾਏਗੀ। ਗੁਰੂ ਮਹਾਰਾਜ ਕਹਿੰਦੇ ਨਹੀਂ, ਹਾਰ ਹੋ ਜਾਣੀ ਹੋਰ ਗੱਲ ਆ। ਕਹਿੰਦੇ ਮੰਨੋ ਤੁਹਾਡੇ 2 ਜਿਹੜੇ ਸਾਹਿਬਜ਼ਾਦੇ ਆ ਚਮਕੌਰ ਦੀ ਗੜੀ 'ਚ ਸ਼ਹੀਦ ਹੋ ਗਏ ਨੇ, ਤੁਹਾਡੇ ਕੋਲ ਕੋਈ ਤੋਪਾਂ ਨਹੀਂ ਹੁਣ ਰਹੀਆਂ, ਘੋੜੇ ਨਹੀਂ ਰਹੇ, ਬਾਜ ਨਹੀਂ ਰਹੇ, ਮੰਨ ਜੋ ਤੁਸੀਂ ਹਾਰ ਗਏ। ਤੁਹਾਡੇ 2 ਸਾਹਿਬਜ਼ਾਦਿਆਂ ਨੂੰ ਉਹਨੇ ਨੀਹਾਂ 'ਚ ਚਿਣਵਾ ਦਿੱਤਾ, ਤੁਸੀਂ ਮੰਨ ਜੋ ਤੁਸੀਂ ਹਾਰ ਗਏ। ਮਹਾਰਾਜ ਕਹਿੰਦੇ ਹਾਰ ਹੋਣੀ ਹੋਰ ਗੱਲ ਆ, ਹਾਰ ਮੰਨ ਲੈਣੀ, ਢੇਰੀ ਢਾ ਦੇਣੀ ਇਹ ਹੋਰ ਗੱਲ ਆ। ਮੈਂ ਹਾਰਿਆ ਨਹੀਂ, ਜਿੰਨਾ ਸਮਾਂ ਮੇਰੇ ਵਿੱਚ ਖੁਦਾ ਹੈ ਮੈਂ ਨਹੀਂ ਹਾਰਦਾ। ਨਾਲੇ ਔਰੰਗਜ਼ੇਬ ਨੂੰ ਜਾ ਕੇ ਕਹਿ ਦਿਓ, ਮਹਾਰਾਜ ਨੇ ਕਿਹਾ ਸੀ ਮੈਂ ਮੰਨਦਾ ਇਹ ਗੱਲ, ਮੈਂ ਮੰਨਦਾ ਕੋਈ ਪੱਥਰ ਚੁੱਕ ਕੇ ਸੋਨੇ ਦੇ 2 ਕੰਗਣ ਹੋਣ, ਉਹਨਾਂ ਤੇ ਖਿੱਚ ਕੇ ਇੱਦਾਂ ਮਾਰੇ ਪੱਥਰ, ਸੋਨੇ ਦੇ ਕੰਗਣ ਟੋਟੇ ਟੋਟੇ ਹੋ ਜਾਣਗੇ ਉਹਨਾਂ ਦੇ, ਜਾਂ ਸੋਨੇ ਦਾ ਕਲਸ਼ ਹੋਵੇ, ਕੋਈ ਬਰਤਨ ਹੋਵੇ, ਮੰਨਦਾ ਮੈਂ, ਕਹਿੰਦੇ ਟੁਕੜੇ ਟੁਕੜੇ ਹੋ ਜਾਊਗਾ, ਇਹ ਗੱਲ ਮੈਂ ਮੰਨਦਾ। ਪਰ ਇਹ ਵੀ ਨਾਲ ਦੱਸ ਦਿਓ ਤੋੜ ਕੇ ਪੱਥਰ ਦੀ ਕੀਮਤ ਵਧਣੀ ਨਹੀਂ, ਟੁੱਟ ਕੇ ਸੋਨੇ ਦੀ ਕੀਮਤ ਘਟਣੀ ਨਹੀਂ। ਮੇਰੇ ਜਿਹੜੇ ਲਾਲ ਨੇ ਉਹ ਸੋਨੇ ਦੇ ਕੰਗਣ ਨੇ, ਤੂੰ ਤੋੜ ਦਿੱਤਾ, ਉਹਨੂੰ ਨੀਹਾਂ 'ਚ ਚਿਣ ਦਿੱਤਾ। ਸੋਨੇ ਨੂੰ ਤੋੜ ਕੇ ਉਹਦੀ ਕੀਮਤ ਥੋੜ੍ਹੀ ਘਟਦੀ ਆ, ਤੇ ਪੱਥਰ ਦੀ ਤੋੜ ਕੇ ਵੱਧਦੀ ਨਹੀਂ। ਔਰੰਗਜ਼ੇਬ ਤੇਰੇ ਖੱਬੇ ਪਾਸੇ ਛਾਤੀ ਦੇ, ਤੇਰੇ ਸੱਜੇ ਪਾਸੇ, ਤੇਰੇ ਕੋਲ ਅੰਦਰ ਨਾ ਹਿਰਦਾ ਹੈ ਨਾ ਦਿਲ ਆ ਤੇਰੇ ਅੰਦਰ, ਤੂੰ ਪੱਥਰ ਆ। ਤੂੰ ਮੇਰੇ ਲਾਲਾਂ ਨੂੰ ਤੋੜਿਆ ਨਾ, ਤੇ ਤੇਰੀ ਕੀਮਤ ਵਧਣੀ ਕੋਈ ਨਹੀਂ, ਉਹਨਾਂ ਦੀ ਟੁੱਟ ਕੇ ਘਟਣੀ ਕੋਈ ਨਹੀਂ। 2 ਬੜੀਆਂ ਕੀਮਤੀ ਜਿੰਦਾਂ ਨੀਹਾਂ ਵਿੱਚ ਆਣ ਖਲੋ ਗਈਆਂ, ਤੱਕ ਕੇ ਤਸੀਹਾ ਗਮ ਦਾ ਕੰਧਾਂ ਵੀ ਪਾਗਲ ਹੋ ਗਈਆਂ, ਤੱਕ ਕੇ ਤਸੀਹਾ ਗਮ ਦਾ ਕੰਧਾਂ ਵੀ ਪਾਗਲ ਹੋ ਗਈਆਂ। ਤਾਂ ਮਹਾਰਾਜ ਨੇ ਕਿਹਾ ਸੀ ਜਾ ਕੇ ਉਹਨੂੰ ਕਹਿ ਦਿਓ ਕਿ ਤੋੜ ਕੇ ਕਿਸੇ ਚੀਜ਼ ਦੀ ਕੀਮਤ ਨਹੀਂ ਘਟੇਗੀ, ਉਹ ਸੋਨਾ ਨੇ, ਤੇ ਤੇਰੀ ਤੋੜ ਕੇ ਵਧਣੀ ਨਹੀਂ। ਤੇ ਸੱਚ ਜਾਣੋ ਸਾਹਿਬਜ਼ਾਦਿਆਂ ਦੀ ਯਾਦ ਵਿੱਚ ਅੱਜ ਇੰਨਾ ਇਕੱਠ ਹੁੰਦਾ, ਆਪਾਂ ਵੇਖਦੇ ਹਾਂ ਸਾਰੇ ਟੈਲੀਵਿਜ਼ਨ ਤੇ ਤਿਲ ਸੁੱਟਣ ਜਿੰਨੀ ਜਗ੍ਹਾ ਨਹੀਂ ਹੈਗੀ। ਤੇ ਔਰੰਗਜ਼ੇਬ ਦੀ ਘਟਨਾ ਮਸਕੀਨ ਸਾਹਿਬ ਜੀ ਨੇ ਸੁਣਾਈ ਸੀ। ਕਹਿੰਦੇ ਮੈਂ ਇੱਕ ਵਾਰ ਚਲਿਆ ਗਿਆ ਸੀ ਇਹਦੀ ਮਝਾਰ 'ਤੇ, ਵੈਸੇ ਉਹ ਇੱਦਾਂ ਖੋਜੀ ਸਨ ਥੋੜ੍ਹੇ। ਕਹਿੰਦੇ ਉੱਥੇ ਇੱਕ ਫਕੀਰ ਬੈਠਾ, ਵੈਸੇ ਕੋਈ ਉਹਦੇ ਕੱਪੜੇ ਪਾਏ ਹੋਏ ਇੱਦਾਂ ਭਗਵੇਂ ਕੱਪੜੇ, ਤੇ ਉਹ ਕਹਿੰਦਾ ਜੀ ਮੈਨੂੰ ਕੁਝ ਪੈਸੇ ਦੇ ਦਿਓ। ਮਸਕੀਨ ਜੀ ਨੂੰ ਉਹਨੇ ਆਖਿਆ ਵੀ ਕੁਝ ਪੈਸੇ, ਉਹ ਕਹਿੰਦੇ ਵੀ ਸ਼ਾਇਦ ਇਹਨੇ ਕੁਝ ਖਾਣਾ ਹੋਵੇਗਾ। ਕਹਿੰਦੇ ਕਾਹਦੇ ਵਾਸਤੇ? ਉਹ ਕਹਿੰਦਾ ਮੈਂ ਔਰੰਗਜ਼ੇਬ ਦੀ ਮਜ਼ਾਰ 'ਤੇ ਦੀਵਾ ਜਗਾਉਣਾ, ਇੱਥੇ ਕੋਈ ਨਹੀਂ ਆਉਂਦਾ, ਤੁਸੀਂ ਪਤਾ ਨਹੀਂ ਕਿਵੇਂ ਆ ਗਏ।
ਔਰੰਗਜ਼ੇਬ ਦੀ ਜਿਹੜੀ ਉਹ ਕਬਰ ਆ, ਕਹਿੰਦੇ ਇਹਦੇ ਮੈਂ ਦੀਵਾ ਜਗਾਉਣਾ ਹੈ, ਪੈਸੇ ਹੀ ਨਹੀਂ ਇੱਥੇ ਕੋਈ। ਤੇ ਸਾਹਿਬਜ਼ਾਦੇ ਜਿਹੜੇ ਨੇ ਉੱਥੇ ਜਿਹੜੇ ਜੋੜ ਮੇਲੇ ਮਨਾਏ ਜਾਂਦੇ, ਤੁਸੀਂ ਵੇਖਦੇ ਹੋ, ਸਾਹਿਬ ਕੇ ਦਰਬਾਰ ਮੇ ਕਮੀ ਕਿਸੇ ਕੀ ਨਾ ਹੈ। ਉੱਥੇ ਇੰਨੀ ਵੱਡੀ ਗਿਣਤੀ 'ਚ ਆਪਾਂ ਜੁੜਦੇ ਹਾਂ। ਸਿੱਖ ਸੰਗਤਾਂ ਬਾਹਰੋਂ ਵੀ ਆਉਂਦੇ ਨੇ, ਵਿਦੇਸ਼ਾਂ ਤੋਂ ਲੋਕ ਕੰਮ ਛੱਡ ਕੇ ਆਉਂਦੇ ਨੇ ਉੱਥੇ। ਤਾਂ ਕਹਿਣ ਦਾ ਭਾਵ ਮੇਰੇ ਇਹ ਆ, ਤੋੜ ਕੇ ਪੱਥਰ ਦੀ ਕੀਮਤ ਸੋਨੇ ਦੇ ਕੰਗਣਾ ਨੂੰ ਵਧੀ ਨਹੀਂ, ਟੁੱਟ ਕੇ ਸੋਨੇ ਦੀ ਕੀਮਤ ਘਟੀ ਨਹੀਂ। ਔਰੰਗਜ਼ੇਬ ਨੂੰ ਮਹਾਰਾਜ ਨੇ ਇਹ ਲਿਖਿਆ ਸੀ ਕਿ ਕੁੰਡਲੀਆ ਸਪਵੀਰ ਖਾਲਸਾ ਅਜੇ ਨਹੀਂ ਮਰਿਆ। ਤੂੰ ਮੇਰੇ ਪੁੱਤਰਾਂ ਨੂੰ ਸ਼ਹੀਦ ਕਰ ਦਿੱਤਾ, ਸੋਚ ਲਿਆ ਵੀ ਖਾਲਸਾ ਖਤਮ ਹੋ ਗਿਆ। ਨਹੀਂ, ਕਹਿੰਦੇ ਇੱਥੋਂ ਤਾਂ ਯਾਤਰਾ ਸ਼ੁਰੂ ਹੋਣੀ ਆ। ਬਿਨਾਂ ਉਜੜੇ ਕਾਹਦਾ ਵਸਣਾ, ਇਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਬਚਨ ਨੇ ਵੀ ਬਿਨਾਂ ਉਜੜੇ ਕਾਹਦਾ ਵਸਣਾ। ਆਨੰਦਪੁਰ ਉਜੜੂਗਾ ਫੇਰ ਮੇਰਾ ਖਾਲਸਾ ਵਸੂਗਾ। ਅੱਜ ਦੇ ਦੀਵਾਨ ਵਿੱਚ ਇਤਨਾ ਹੀ। ਗੁਰੂ ਮਹਾਰਾਜ ਕਿਰਪਾ ਕਰਨ ਸਾਡੇ ਤੇ, ਕੀਤੀ ਹੋਈ ਜੋ ਵਿਚਾਰ ਹੈ ਹਿਰਦਿਆਂ ਵਿੱਚ ਵਸ ਜਾਵੇ। ਅਸੀਂ ਵੀ ਗੁਰ ਸ਼ਬਦਾਂ ਦੀ ਕਮਾਈ ਕਰਕੇ, ਬਾਜਾਂ ਵਾਲੇ ਮਾਹੀ ਨਾਲ ਪਿਆਰ ਕਰਕੇ ਆਪਣੇ ਜੀਵਨ ਨੂੰ ਸੋਹਣਾ ਬਣਾਈਏ। ਸੋ ਆਓ ਐਸੇ ਪਿਆਰੇ ਦੀ ਯਾਦ ਵਿੱਚ ਜੁੜ ਕੇ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰਕੇ ਅਰਦਾਸ ਬੇਨਤੀ ਵਿੱਚ ਜੁੜੀਏ ਜੀ। ਵਾਹਿਗੁਰੂ 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 ਦੇਹੋ ਸੱਜਣ ਅਸੀਸੜੀਆਂ, ਜਿਉ ਹੋਵੇ ਸਾਹਿਬ ਸਿਉ ਮੇਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਪਹਿ ਅਰਦਾਸ, ਜੀਉ ਪਿੰਡ ਸਭ ਤੇਰੀ ਰਾਤ। ਮਾਤ ਪਿਤਾ